ਮੈਡਮ ਸਾਹਿਤ ਖੇਤਰ ਦੇ ਵਿੱਚ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ। ਸਾਹਿਤ ਖੇਤਰ ਵਿੱਚ, ਸਮਾਜਿਕ ਖੇਤਰ ਦੇ ਵਿੱਚ, ਕੈਨੇਡਾ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਨਾਮ ਹੈ। ਹੁਣ ਤੱਕ ਪੰਜਾਬੀ ਸਾਹਿਤ ਨੂੰ 7 ਦੇ ਕਰੀਬ ਪੁਸਤਕਾਂ ਭੇਂਟ ਕਰ ਚੁੱਕੇ ਹਨ। ਆਲੋਚਨਾ ਵੀ ਕੀਤੀ ਹੈ। ਪ੍ਰਵਾਸੀ ਪੰਜਾਬੀ ਸਾਹਿਤ, ਸ਼ਬਦ ਤੇ ਸੰਵਾਦ, ਪਾਰਲੇ ਪੁੱਲ ਕਹਾਣੀ ਸੰਗ੍ਰਹਿ ਵੀ ਉਹਨਾਂ ਦਾ ਆ ਚੁੱਕਾ ਹੈ। ਇਹ ਸਖੀ, ਸ਼ਿਕਸਤ ਰੰਗ, ਕੂੰਜਾਂ ਤੇ ਵਿਸਮਾਦ ਵਰਗੀਆਂ ਪੁਸਤਕਾਂ ਰਾਹੀਂ ਵੀ ਆਪ ਨੇ ਬਹੁਤ ਮਕਬੂਲੀਅਤ ਹਾਸਲ ਕੀਤੀ ਹੈ। ਤੇ ਹੁਣ ਥੋੜੇ ਹੀ ਸਮੇਂ ਪਹਿਲਾਂ ਆਪ ਨੇ ਤੇਰੀ ਰੰਗਸ਼ਾਲਾ ਜੋ ਕਾਦਰ ਦੀ ਕੁਦਰਤ ਨੂੰ ਸਮਰਪਿਤ ਹੈ, ਇਹ ਪੁਸਤਕ ਰਿਲੀਜ਼ ਕੀਤੀ ਹੈ। ਸੋ ਸਾਡੇ ਲਈ ਬੜੇ ਹੀ ਮਾਣ ਦੀ ਗੱਲ ਹੈ। ਇਸ ਔਨ ਸਕਾਈ ਟੀਵੀ ਐਂਡ ਰੇਡੀਓ ਪਰਿਵਾਰ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਮੈਡਮ ਨੇ ਸਾਡੇ ਸੱਦੇ ਨੂੰ ਪ੍ਰਵਾਨ ਕੀਤਾ ਹੈ ਤੇ ਅੱਜ ਸਾਡੇ ਨਾਲ ਇਸ ਸਟੂਡੀਓ ਦੇ ਵਿੱਚ ਹਨ। ਸੋ ਮੈਡਮ, ਫਿਰ ਤੋਂ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਮੈਡਮ। ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਕਿ ਅੱਜ ਕੱਲ੍ਹ ਕਿਸੇ ਨੂੰ ਕੋਈ ਗੱਲ ਕਰਨ ਦਾ ਮੌਕਾ ਬਹੁਤ ਘੱਟ ਦਿੰਦਾ ਹੈ। ਤੁਸੀਂ ਮੈਨੂੰ ਇਹ ਮੌਕਾ ਦਿੱਤਾ, ਬਹੁਤ-ਬਹੁਤ ਸ਼ੁਕਰੀਆ ਤੁਹਾਡਾ। ਜੀ ਮੈਡਮ, ਮੈਂ ਦੀ ਮਕਬੂਲ ਇਸਤਰੀ ਕਵੀ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਉਹ ਡਾਕਟਰ ਭੁਪਿੰਦਰ ਹੁਣਾਂ ਜ਼ਿਕਰ ਕੀਤਾ ਜੀ। ਤੇ ਮੈਨੂੰ ਬੜੀ ਖੁਸ਼ੀ ਹੋਈ ਵੀ ਅਸੀਂ ਪ੍ਰਵਾਸੀ ਸਾਹਿਤ ਨੂੰ ਇੱਕ ਵੱਖਰੇ ਤੌਰ ਤੇ ਜਿਹੜਾ ਸਾਡੇ ਉੱਚ ਵਿੱਦਿਆ ਦੇ ਖੇਤਰ ਵਿੱਚ ਅਧਿਆਪਨ ਹੁੰਦਾ ਸ਼ੁਰੂ ਹੋਇਆ ਜੀ। ਸੋ ਜਦੋਂ ਤੁਸੀਂ ਉੱਥੇ ਸਿਰਜਣਾ ਦੇ ਪਲ ਜਿਹੜੇ ਨੇ, ਜਦੋਂ ਤੁਸੀਂ ਇੱਥੋਂ ਗਏ ਸੀ ਜੀ, ਕਿ ਜਿਹੜੀ ਸਿਰਜਣਾ ਵਾ ਉਹ ਤੁਹਾਡੇ ਪਹਿਲਾਂ ਤੋਂ ਹੀ ਇੱਥੋਂ ਹੀ ਸ਼ੁਰੂ ਹੋ ਚੁੱਕੀ ਸੀ, ਜਾਂ ਕਿ ਕੈਨੇਡਾ ਵਿੱਚ ਜਾ ਕੇ ਜਦੋਂ ਬੰਦਾ ਪ੍ਰਵਾਸ ਭੋਗਦਾ, ਉੱਥੇ ਜਾਂਦਾ ਵਾ, ਉੱਥੇ ਦੇ ਕੌੜੇ ਮਿੱਠੇ ਅਨੁਭਵਾਂ ਦੇ ਨਾਲ ਦੋ ਚਾਰ ਹੁੰਦਾ, ਕਿ ਜਿਹੜੀ ਸਿਰਜਣਾ ਦੇ ਪਲ ਸੀਗੇ ਉਹ ਇੱਥੋਂ ਹੀ ਤੁਹਾਡੇ ਨਾਲ ਉੱਥੇ ਗਏ, ਤਾਂ ਉੱਥੇ ਜਾ ਕੇ ਜਦੋਂ ਤੁਸੀਂ ਮਹਿਸੂਸ ਕੀਤਾ ਮੈਂ ਇੱਕ ਨਵੇਂ ਸੱਭਿਆਚਾਰ ਔਰ ਨਵੇਂ ਜਿਹੜਾ ਵਾ ਉਹ ਵਾਤਾਵਰਨ ਦੇ ਵਿੱਚ ਆਈ ਆ, ਕਿ ਉੱਥੇ ਜਾ ਕੇ ਕਈ ਵਾਰੀ ਬੰਦਾ ਵਿਯੋਗਿਆ ਹੋਇਆ ਰਚਨਾ ਕਰਦਾ ਵਾ, ਕਈ ਵਾਰੀ ਉਹ ਖੁਸ਼ੀ ਜਾਣ ਕੇ ਰਚਨਾ ਕਰਦਾ ਵਾ। ਉਹ ਜਿਹੜੀ ਸਿਰਜਣਾ ਸੀ ਉਹ ਕਿਵੇਂ ਕਰੂੰਬਲ ਜਿਹੜੀ ਉਹ ਫੁੱਟਦੀ ਰਹੀ, ਇੱਥੋਂ ਹੀ ਫੁੱਟੀ ਹੋਈ ਸੀ, ਜਾਂ ਉੱਥੇ ਜਾ ਕੇ ਜਿਹੜਾ ਵਾ ਤੁਹਾਨੂੰ ਜਿਹੜੀ ਸਿਰਜਣਾ ਸ਼ੁਰੂ ਕੀਤੀ ਆਪਣੀ, ਜਿਵੇਂ ਤੁਹਾਡੀਆਂ 7 ਪੁਸਤਕਾਂ ਦੇ ਜ਼ਿਕਰ ਡਾਕਟਰ ਭੁਪਿੰਦਰ ਹੁਣਾਂ ਨੇ ਕੀਤਾ ਹੈ? ਜੀ, ਸਿਰਜਣਾ ਤਾਂ ਜੀ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਮੈਂ ਕਾਲਜ ਪੜ੍ਹਦੀ ਸੀ। ਉਸ ਵੇਲੇ ਜਦੋਂ ਪੰਜਾਬੀ ਲਿਟਰੇਚਰ ਮੈਂ ਪੜ੍ਹਿਆ ਤੇ ਮੈਂ ਇਹ ਤੋਂ ਬੜਾ ਮੁਤਾਸਰ ਹੋਈ। ਡਾਕਟਰ ਆਤਮਜੀਤ ਸਿੰਘ ਮੇਰੇ ਪ੍ਰੋਫੈਸਰ ਸੀਗੇ। ਉਹ ਜਿਸ ਤਰ੍ਹਾਂ ਉਹ ਸਾਹਿਤ ਦੀ ਗੱਲ ਕਰਦੇ ਸੀ ਤੇ ਮੈਨੂੰ ਲੱਗਦਾ ਸੀ ਕਿ ਸਾਹਿਤ ਪੜ੍ਹ ਕੇ ਇਨਸਾਨ ਜਿਹੜਾ ਨਾ, ਉਹਦਾ ਜਿਹੜਾ ਘੇਰਾ, ਉਹਦੀ ਜਿਹੜੀ ਗਿਆਨ ਹੈ, ਉਹਦਾ ਘੇਰਾ ਬਹੁਤ ਵਿਸ਼ਾਲ ਹੋ ਜਾਂਦਾ ਜੀ ਮੈਡਮ। ਤੇ ਮੇਰਾ ਜੀ ਕੀਤਾ ਕਿ ਮੈਂ ਪੰਜਾਬੀ ਲਿਟਰੇਚਰ ਹੀ ਪੜ੍ਹਨਾ ਹੈ ਤੇ ਪੰਜਾਬੀ ਦੀ ਹੀ ਲੈਕਚਰਰ ਬਣਨਾ ਹੈ। ਤੇ ਉਦੋਂ ਮੈਂ ਆਪਣੇ ਕਾਲਜ ਦੇ ਮੈਗਜ਼ੀਨ ਨਿਰਮਲ ਧਾਰਾ ਦੀ ਐਡੀਟਰ ਵੀ, ਸਟੂਡੈਂਟ ਐਡੀਟਰ ਵੀ ਹੁੰਦੀ ਸੀ, ਤੇ ਮੈਂ ਉੱਥੋਂ ਲਿਖਣਾ ਸ਼ੁਰੂ ਕੀਤਾ ਕਿ ਕਿਉਂਕਿ ਮੈਂ ਬੀਇੰਗ ਐਡੀਟਰ ਮੈਨੂੰ ਉਹਦੇ ਵਿੱਚ ਕੁਝ ਮੇਰਾ ਲਿਖਣ ਹੋਣਾ ਚਾਹੀਦਾ ਸੀ। ਤੇ ਮੈਂ ਕਵਿਤਾ ਉਦੋਂ ਲਿਖਣੀ ਸ਼ੁਰੂ ਕੀਤੀ ਤੇ ਕਹਾਣੀ ਵੀ ਉਦੋਂ ਲਿਖੀ। ਤੇ ਇਸ ਤਰ੍ਹਾਂ ਇਹ ਹੌਲੀ ਹੌਲੀ, ਕਿਉਂਕਿ ਕਾਲਜ ਸਟੇਜ ਦੇ ਉੱਤੇ ਜਾ ਕੇ ਬੋਲਣਾ ਹੁੰਦਾ ਸੀ ਅਸੀਂ, ਤੇ ਉਹਦੇ ਲਈ ਸਾਨੂੰ ਕਵਿਤਾ ਲਿਖਣੀ ਪੈਂਦੀ ਸੀ, ਮੌਲਿਕ ਕਵਿਤਾ ਲਈ, ਕਿਉਂਕਿ ਅਸੀਂ ਸਿੰਪੋਜ਼ੀਅਮ ਦੇ ਵਿੱਚ ਜਾਈਦਾ ਹੁੰਦਾ ਸੀ। ਹਾਂਜੀ, ਤੇ ਉੱਥੋਂ ਮਤਲਬ ਮੇਰਾ ਸਿਰਜਣਾ ਦਾ ਸਫ਼ਰ ਸ਼ੁਰੂ ਹੋਇਆ ਕਿ ਮੈਨੂੰ ਪਤਾ ਨਹੀਂ ਸੀ ਮੇਰੇ ਅੰਦਰ ਕੁਝ ਹੈਗਾ ਹੈ ਕਿ ਜਿਹੜਾ ਮੈਂ ਲਿਖ ਸਕਦੀ ਹਾਂ। ਲੇਕਿਨ ਜਿਉਂ-ਜਿਉਂ ਮੈਂ ਲਿਖਦੀ ਗਈ, ਲਿਟਰੇਚਰ ਪੜ੍ਹਦੀ ਗਈ, ਅਮਰਤਾ ਨੂੰ ਜਿੰਨੀ ਵੀ ਉਸ ਟਾਈਮ ਸਾਡੇ ਇਸ ਟਾਈਮ 'ਤੇ ਜਿਹੜੇ ਮਕਬੂਲ ਰਾਈਟਰ ਹੁੰਦੇ ਸੀ, ਉਹਨਾਂ ਨੂੰ ਜਦੋਂ ਪੜ੍ਹਿਆ, ਮੈਂ ਬਹੁਤ ਸਾਰੇ ਨਾਵਲ ਪੜ੍ਹੇ, ਕਵਿਤਾ ਪੜ੍ਹੀ। ਕਵਿਤਾ ਮੇਰਾ ਜਿਹੜਾ ਨਾ ਸ਼ੁਰੂ ਤੋਂ ਪੈਸ਼ਨ ਰਿਹਾ। ਕਵਿਤਾ ਮੈਨੂੰ ਬਹੁਤ ਟੁੰਬਦੀ ਹੈ, ਬਹੁਤ ਚੰਗੀ ਲੱਗਦੀ ਹੈ। ਲੇਕਿਨ ਮੈਂ ਉਹਨਾਂ ਦਿਨਾਂ ਵਿੱਚ ਹੀ ਬਹੁਤ ਲਿਟਰੇਚਰ ਪੜ੍ਹਿਆ ਤੇ ਮੈਂ ਲਿਖਣਾ ਸ਼ੁਰੂ ਕਾਇਮ ਰੱਖਿਆ। ਬੋਲਣਾ ਵੀ, ਸਟੇਜ 'ਤੇ ਜਾ ਕੇ ਕਵਿਤਾ ਆਪਣੀ ਬੋਲਣੀ, ਆਪਣੀ ਲਿਖਣੀ, ਇਸ ਤਰ੍ਹਾਂ। ਫਿਰ ਮੈਂ DAV ਕਾਲਜ ਚਲੇ ਗਈ। ਉੱਥੇ ਹੋਸਟਲ 'ਚ ਰਹਿਣ ਕਰਕੇ ਤੁਹਾਨੂੰ ਪਤਾ ਬੱਚੇ ਨੂੰ ਥੋੜ੍ਹੀ ਜਿਹੀ ਇਕੱਲਤਾ ਹੋ ਜਾਂਦੀ ਹੈ ਨਾ, ਤੇ ਉਹ ਸ਼ਾਮ, ਖਾਸ ਕਰਕੇ ਘਰ ਤੋਂ ਦੂਰ ਜਦੋਂ ਤੁਸੀਂ ਹੁੰਦੇ ਆ, ਉਹ ਸ਼ਾਮ ਬੜੀ ਉਦਾਸ ਹੁੰਦੀ ਹੈ, ਤੇ ਉਹ ਇਹੋ ਜਿਹੀਆਂ ਨਜ਼ਮਾਂ ਲਿਖਣੀਆਂ ਸ਼ੁਰੂ ਕੀਤੀਆਂ। ਮਤਲਬ ਆਪਣੇ ਨਾਲ ਗੱਲਾਂ, ਆਪਣੇ ਆਪ ਨੂੰ ਜਾਣਨਾ, ਉਹ ਇੱਕ ਕਿਸਮ ਦਾ ਮੇਰਾ ਇਹੋ ਜਿਹਾ ਸਫ਼ਰ ਸੀ। ਲੇਕਿਨ ਕੀ ਹੋਇਆ ਕਿ ਉਸ ਤੋਂ ਬਾਅਦ ਜਦੋਂ ਮੈਂ ਮਸੂਰੀ ਚਲੇ ਗਈ, ਮੇਰਾ ਵਿਆਹ ਹੋ ਗਿਆ, ਮੈਂ ਮਸੂਰੀ ਚਲੇ ਗਈ। ਉੱਥੇ ਭਾਸ਼ਾ ਨਾਲੋਂ ਵੀ ਟੁੱਟ ਗਈ।
ਕਿ ਉਹ ਤੁਹਾਨੂੰ ਪਤਾ ਹੀ 28 ਗੁਰੂ ਨਾਨਕ 5th ਸੈਂਟਨਰੀ ਸਕੂਲ 'ਚ ਪੜ੍ਹਾਉਂਦੇ ਸੀ। ਉਹਨਾਂ ਸਕੂਲਾਂ 'ਚ ਇੰਗਲਿਸ਼ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ, ਪੰਜਾਬੀ ਤਾਂ ਪੜ੍ਹਾਉਂਦੇ ਸੀ ਲੇਕਿਨ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ, ਕਿਉਂਕਿ ਬੱਚੇ ਸਾਡੇ ਕੋਲ 19 ਦੇਸ਼ਾਂ ਦੇ ਬੱਚੇ ਸੀਗੇ ਤੇ ਮੇਰਾ ਲਿਖਣਾ ਪੜ੍ਹਨਾ ਛੁੱਟ ਗਿਆ, ਪੰਜਾਬੀ ਜਿਹੜਾ ਸਾਹਿਤ ਸੀ। ਉਸ ਤੋਂ ਬਾਅਦ ਅਸੀਂ ਥਾਈਲੈਂਡ ਚਲੇ ਗਏ, ਥਾਈਲੈਂਡ ਵੀ ਸੇਮ ਹੀ ਹੋਇਆ ਤੇ ਮੈਂ ਨਾ ਉਦਾਸ ਹੋ ਗਈ ਬੜੀ ਕਿ ਮੈਨੂੰ ਲੱਗਿਆ ਕਿ ਜਿਵੇਂ ਸਾਹਿਤ ਨਾਲੋਂ ਟੁੱਟ ਕੇ ਜਿਵੇਂ ਮੈਂ ਜ਼ਿੰਦਗੀ ਨਾਲੋਂ ਟੁੱਟ ਗਈ ਹੋਵਾਂ। ਫਿਰ ਅਸੀਂ 95 ਦੇ ਵਿੱਚ ਅਸੀਂ ਅਮਰੀਕਾ ਗਏ, ਜਿਵੇਂ ਕਿ ਮੇਰੇ ਲਈ ਦਰਵਾਜ਼ੇ ਖੁੱਲ੍ਹਣੇ ਸੀ ਸਾਹਿਤ ਦੇ। ਮੈਂ ਹਾਲੇ ਗਈ ਸੀ, ਹਾਲੇ ਸ਼ਾਇਦ ਪਹਿਲਾ ਹਫਤਾ ਹੀ ਸੀ ਕਿ ਮੈਂ ਨਿਊਜ਼ਪੇਪਰ ਦੇ ਵਿੱਚ ਇੱਕ ਨਿਊਜ਼ ਪੜ੍ਹੀ ਕਿ ਉੱਥੇ ਤ੍ਰੈਭਾਸ਼ੀ ਕਵੀ ਦਰਬਾਰ ਹੋ ਰਿਹਾ ਸੀ ਤੇ ਮੈਂ ਉਹਨਾਂ ਨੂੰ ਕਾਲ, ਜਿੱਥੇ ਜਿਹੜਾ ਨੰਬਰ ਦਿੱਤਾ ਸੀ ਸੀਰਤ ਸਾਹਿਬ ਦਾ ਨੰਬਰ ਸੀ, ਸੁਰਿੰਦਰ ਸੀਰਤ ਨੂੰ ਤੁਸੀਂ ਜਾਣਦੇ ਜੀ, ਉਹਦਾ ਨੰਬਰ ਸੀ। ਮੈਂ ਉਹਨਾਂ ਨੂੰ ਕਾਲ ਕੀਤੀ ਕਿ ਮੈਂ ਕਵਿਤਾ ਬੋਲ ਸਕਦੀ ਹਾਂ ਕਿ ਮੈਨੂੰ ਮਤਲਬ ਤੁਸੀਂ ਮੰਨਣਾ ਨਹੀਂ ਕਿ ਮੈਂ ਕਿੰਨਾ ਕੁ ਖੁਸ਼ ਹੋਈ ਸੀ। ਮੈਨੂੰ ਕੀ ਜਿਵੇਂ ਕੁਛ ਕੀ ਲੱਭ ਗਿਆ ਹੁੰਦਾ ਕਿ ਮੈਨੂੰ ਇੱਕ ਸਾਹਿਤ ਸਭਾ ਲੱਭੀ। ਸੋ ਉੱਥੋਂ ਉਸ ਸਾਹਿਤ ਸਭਾ ਜਦੋਂ ਮੈਂ ਪਹਿਲੇ ਦਿਨ ਹੀ ਗਈ ਤੇ ਮੈਂ ਜਿਹੜੀ ਕਵਿਤਾ ਬੋਲੀ, ਉਸ ਕਵਿਤਾ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਮੇਰਾ ਮਤਲਬ ਕਿ ਮੈਨੂੰ ਬਹੁਤ ਜ਼ਿਆਦਾ ਅਪਲਿਫਟਮੈਂਟ ਮਿਲੀ। ਹਾਂਜੀ, ਪ੍ਰਵਾਸ ਨੇ ਤੁਹਾਡੇ ਵਾਸਤੇ ਹਾਂਜੀ ਜਿਹੜਾ ਉਹ ਇੱਕ ਬੜਾ ਰਾਹ ਖੋਲਿਆ ਸਾਹਿਤ ਤੱਕ ਪਹੁੰਚਣ ਦਾ ਨਾ, ਜਿਹੜਾ ਬੀਜ ਉੰਗਰਿਆ ਹੋਇਆ ਸੀ ਹਾਂਜੀ ਪਰ ਉਹ ਇੱਕ ਬੂਟੇ ਦਾ ਰੂਪ ਧਾਰਨ ਕੀਤਾ। ਉਹ ਪ੍ਰਵਾਸ ਦੇ ਵਿੱਚ ਜਾ ਕੇ ਤੁਹਾਨੂੰ ਹੋਰ ਦਰਵਾਜ਼ੇ ਖੁੱਲ ਗਏ ਔਰ ਤੁਸੀਂ ਜਿਹੜਾ ਉਹ ਆਪਣੇ ਸਾਹਿਤ ਨੂੰ ਜਿਹੜਾ ਪ੍ਰਫੁੱਲਤ ਕੀਤਾ। ਹਾਂਜੀ, ਕਿਉਂਕਿ ਜਿਨ੍ਹਾਂ ਦਿਨਾਂ 'ਚ ਅਸੀਂ ਗਏ ਹਾਂ 85 ਜਾਂ 95 ਦੇ ਵਿੱਚ ਗਏ ਹਾਂ, ਬਹੁਤ ਘੱਟ ਪੰਜਾਬੀ ਸੀਗੇ ਉੱਥੇ, ਪੰਜਾਬੀ ਵੀ ਬਹੁਤ ਘੱਟ ਸੀਗੀ ਹੌਲੀ ਹੌਲੀ। ਲੇਕਿਨ ਜਿਹੜੀ ਸਾਹਿਤ ਸਭਾਵਾਂ ਨੇ ਨਾ, ਇਹਨਾਂ ਦਾ ਰੋਲ ਬਹੁਤ ਅਹਿਮ ਰੋਲ ਹੈ। ਤੇ ਮੇਰੇ ਵਰਗੇ ਨੇ, ਮੈਂ ਤਕਰੀਬਨ ਜਿਹੜਾ ਮੈਂ ਜੋ ਪਹਿਲਾਂ ਲਿਖਿਆ ਸੀ ਨਾ, ਉਹ ਮੇਰੇ ਕੋਲ ਮੇਰੇ ਪਹਿਲੀ ਜਿਹੜੀ ਕਿਤਾਬ ਸ਼ਿਕਸਤ ਰੰਗ ਇਸੇ ਲਈ ਲਿਖੀ ਸੀ। ਮੇਰੀ ਸ਼ਿਕਸਤ ਜਿਹੜੀ ਉਹ ਇਹੀ ਸੀ ਕਿ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਆਪ ਨਾਲੋਂ ਟੁੱਟ ਗਈ ਹਾਂ। ਹਾਂਜੀ, ਤੇ ਜਦੋਂ ਫਿਰ ਮੇਰੀ 2005 ਦੇ ਵਿੱਚ, ਦੇਖੋ ਮੈਂ ਉੱਥੇ 95 'ਚ ਆਈ, ਲਗਾਤਾਰ ਜਾਂਦੀ ਰਹੀ। ਇੱਕ ਕਿਸਮ ਦਾ ਜਿਹੜੀ ਬੇਬੀ ਸਟੈਪ ਚੁੱਕਣ ਵਾਲੀ ਗੱਲ ਸੀ ਕਿ ਮੈਂ ਦੁਬਾਰਾ ਤੋਂ ਲਿਖਣਾ ਸ਼ੁਰੂ ਕੀਤਾ ਤੇ ਦੁਬਾਰਾ ਤੋਂ ਫਿਰ ਮੈਂ ਮੇਰੀ ਉੱਥੇ 2005 ਦੇ ਵਿੱਚ ਮੇਰੀ ਪਹਿਲੀ ਕਿਤਾਬ ਸ਼ਿਕਸਤ ਰੰਗ ਆਈ। ਜਿਹੜੀ ਮੇਰੀ ਕਿਤਾਬਾਂ ਵੀ ਹੈ ਨਾ, ਇਹ ਮੇਰੀ ਜ਼ਿੰਦਗੀ ਦਾ ਸਫ਼ਰ ਹੀ ਹੈ। ਜਿਵੇਂ ਜਿਵੇਂ ਮੇਰੀ ਪੜਾਅ ਨੇ ਮੇਰੀ ਜ਼ਿੰਦਗੀ ਦੇ ਨਾ, ਜਿਵੇਂ ਜਿਵੇਂ ਮੇਰੀ ਸੋਚ ਦੇ ਪੜਾਅ ਨੇ, ਇਹ ਉਸੇ ਤਰ੍ਹਾਂ ਹੀ ਮੇਰੀਆਂ ਕਿਤਾਬਾਂ ਦੇ ਨਾਂ ਨੇ। ਦੂਸਰੀ ਕਿਤਾਬ ਮੇਰੀ ਹੇ ਸਖੀ ਸੀਗੀ, ਜਿਹਦਾ ਉਹ ਮੈਂ ਫਿਰ ਕੈਨੇਡਾ ਆ ਕੇ ਲਿਖੀ। ਦੇਖੋ, ਜਦੋਂ ਮੈਂ ਅਮਰੀਕਾ ਗਈ ਤੇ ਸਟਰਗਲ ਸੀ, ਬੇਟਾ ਮੇਰਾ ਛੋਟਾ ਸੀ ਤੇ ਅਸੀਂ ਹਾਲੇ ਜਾ ਕੇ ਸੈੱਟ ਹੋਣਾ ਸੀ, ਜੌਬਸ ਵੀ ਕਰਨੀਆਂ ਸੀ, ਹਨਾ, ਤੇ ਸਾਰਾ ਕੁਝ ਤੁਸੀਂ ਜਿਹੜੀ ਸਕ੍ਰੈਚ ਤੋਂ ਬਣਾਉਣਾ ਹੁੰਦਾ ਹੈਗਾ। ਤੇ ਉਹਦੇ ਉੱਥੇ ਜਿਹੜੀ ਸਟਰਗਲ ਸੀ, ਉੱਥੇ ਮੈਂ ਸਿਰਫ ਇੱਕ ਹੀ ਕਿਤਾਬ ਲਿਖ ਸਕੀ, ਹਨਾ। ਤੇ ਜਦੋਂ ਮੈਂ 2007 ਦੇ ਵਿੱਚ ਅਸੀਂ ਕੈਨੇਡਾ ਆ ਗਏ। ਕੈਨੇਡਾ ਆ ਕੇ ਕੁਝ ਪ੍ਰਸਥਿਤੀਆਂ ਐਸੀਆਂ ਬਣੀਆਂ ਕਿ ਮੈਂ ਜੌਬ ਨਹੀਂ ਕੀਤੀ ਹੈਗੀ, ਮੈਂ ਘਰ ਰਹੀ। ਉਹਦੇ ਵਿੱਚ ਜਿਹੜਾ ਮੇਰਾ ਸਾਹਿਤ ਹੈ ਨਾ, ਉਹ ਪਨਪਿਆ ਹੈਗਾ ਆ। ਔਰ ਇਸ ਦੇ ਵਿੱਚ ਜਿਹੜਾ ਕੈਨੇਡਾ ਦਾ ਸਾਹਿਤ ਹੈ, ਕੈਨੇਡਾ ਦੇ ਜਿਹੜੇ ਸਾਹਿਤਕਾਰ ਨੇ ਨਾ, ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਕਿਉਂਕਿ ਕੈਨੇਡਾ ਦੇ ਵਿੱਚ ਤੁਸੀਂ ਵੀ ਜਾਣਦੇ ਆ ਕਿ ਬਹੁਤ ਸਾਰੇ ਪ੍ਰੋਫੈਸਰਸ ਰਿਟਾਇਰ ਹੋ ਕੇ ਗਏ ਨੇ, ਬੁੱਧੀਜੀਵੀ ਉੱਥੇ ਰਹਿੰਦੇ ਨੇ, ਬ੍ਰਿਆਮ ਸੰਧੂ ਵਰਗੇ ਜਿਹੜੀ ਕਹਾਣੀ ਤੁਹਾਡਾ ਹੀ ਗਰੁੱਪ ਹੈ ਸਾਰਾ, ਜਗੀਰ ਸਿੰਘ ਕਹਾਣੀ। ਇਸ ਥੋੜੀ ਜਿਹੀ ਮੈਂ ਗੱਲ ਵਿੱਚ ਜਿਹੜੀ ਕਹਾਣੀ ਦੇ ਬਾਰੇ ਮੈਂ ਹੁਣ ਗੱਲ ਕਰਾਂਗੀ ਜੀ। ਜਿਵੇਂ ਤੁਹਾਡਾ, ਚਲੋ ਬਤੌਰ ਸ਼ਾਇਰਾ ਦੇ ਤੁਸੀਂ ਕਾਫੀ ਮਕਬੂਲ ਹੋਏ ਹੋ, ਬਹੁਤ ਹੀ ਜ਼ਿਆਦਾ ਚਰਚਾ ਦਾ ਵਿਸ਼ਾ ਰਹੀਆਂ ਨੇ ਤੁਹਾਡੀਆਂ ਪੁਸਤਕਾਂ ਵੀ, ਸਮਾਜ ਦੇ ਨਾਲ ਹੀ ਸਖੀ ਜਾਂ ਫਿਰ ਤੇਰੀ ਰੰਗਸ਼ਾਲਾ ਦੇ ਉੱਤੇ ਵੀ ਕਾਫੀ ਗੱਲਬਾਤ ਹੋਈ ਹੈ। ਪਾਰਲੇ ਪੁਲ ਜਿਹੜਾ ਕਹਾਣੀ ਸੰਗ੍ਰਹਿ ਹੈ, ਕਿ ਕਹਾਣੀ ਜਿਹੜੀ ਹੈ ਇਹ ਪਹਿਲਾਂ ਲਿਖਣਾ ਸ਼ੁਰੂ ਕੀਤੀ ਜਾਂ ਕਵਿਤਾ ਪਹਿਲਾਂ ਲਿਖਣੀ ਸ਼ੁਰੂ ਕੀਤੀ? ਮੈਂ ਦਰਸ਼ਕਾਂ ਨੂੰ ਇੱਕ ਗੱਲ ਹੋਰ ਦੱਸ ਦਿਆਂ ਕਿ ਮੈਡਮ ਦੀ ਜਿਹੜੀ ਪਾਰਲੇ ਪੁਲ ਪੁਸਤਕ ਹੈ, ਇਹ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਵਿੱਚ ਬਤੌਰ ਸਿਲੇਬਸ ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਪੜ੍ਹਾਈਆਂ ਜਾ ਰਹੀਆਂ ਨੇ। ਤੇ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਸ਼ਖਸੀਅਤ ਜਿਸ ਦੀ ਕਿਤਾਬਾਂ, ਜਿਸ ਦੀਆਂ ਕਹਾਣੀਆਂ ਸਾਡੇ ਬੱਚੇ ਜਿਹੜੇ ਨੇ ਉਹ ਪੜ੍ਹਦੇ ਹਨ ਤੇ ਉਹ ਸਾਡੇ ਨਾਲ ਹਨ। ਸੋ ਕਹਾਣੀ ਦੇ ਬਾਰੇ ਦੱਸੋ ਕਿ ਇਹ ਕਹਾਣੀ ਜਿਹੜੀ ਹੈ, ਤੁਸੀਂ ਕਿਸ ਪ੍ਰਕਾਰ ਇਹਦਾ ਜਿਹੜਾ ਹੈ ਸ਼ੁਰੂਆਤ ਕਿਵੇਂ ਹੁੰਦੀ ਹੈ, ਕਿ ਆਪਣੇ ਆਲੇ ਦੁਆਲੇ ਤੋਂ ਕਈ ਘਟਨਾਵਾਂ, ਜਿਵੇਂ ਤੁਸੀਂ ਕਵਿਤਾ ਦੀ ਗੱਲ ਕੀਤੀ ਕਿ ਇਕੱਲਤਾ, ਵੱਖਰੇ ਵੱਖਰੇ ਪੜਾਅ ਨੇ ਤੁਹਾਡੀਆਂ ਕਵਿਤਾਵਾਂ, ਕਦੇ ਇਕੱਲਤਾ ਹੋ ਗਈ ਤੇ ਇਕੱਲਤਾ ਨਾਲ ਸੰਬੰਧਿਤ ਜਿਹੜੀ ਸਮਾਜ
ਜਾਵਾਂਗੇ ਉਦੋਂ ਤੁਸੀਂ ਵਿਸਮਾਦ ਜਿਹੜੀ ਹੈ ਤੁਹਾਡੀ ਪੁਸਤਕ ਦੀ ਕਹਾਣੀਆਂ ਦੇ ਬਾਰੇ ਮੈਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਜਿਹੜੀਆਂ ਕਹਾਣੀਆਂ ਸਨ ਇਹ ਬਾਅਦ ਚੋਂ ਲਿਖਣੀਆਂ ਸ਼ੁਰੂ ਕੀਤੀਆਂ ਜਾਂ ਨਾਲੋਂ ਨਾਲ ਇਹ ਸਭ ਜਿਹੜਾ ਹੈ ਉਹ ਚੱਲਦਾ ਰਿਹਾ? ਹਾਂਜੀ, ਕਹਾਣੀਆਂ ਮੈਂ ਬਾਅਦ ਦੇ ਵਿੱਚ ਲਿਖਣੀਆਂ ਸ਼ੁਰੂ ਕੀਤੀਆਂ। ਇੱਕ ਕਹਾਣੀ ਲਿਖੀ ਸੀ ਨਿਰਮਲ ਤਾਰਾ ਲਈ, ਪਹਿਲੀ ਮੈਗਜ਼ੀਨ ਲਈ। ਮੈਂ ਤੁਹਾਨੂੰ ਰੀਜ਼ਨ ਵੀ ਦੱਸਿਆ ਨਾ ਕਿ ਕਿਉਂ ਲਿਖੀ ਸੀ। ਤੇ ਲੇਕਿਨ ਜਦੋਂ ਮੈਂ ਅਮਰੀਕਾ ਰਹਿੰਦੀ ਸੀ ਬਹੁਤ ਕੁਝ ਐਸਾ ਕੁਝ ਵਾਪਰਦਾ ਸੀ ਜਿਹੜਾ ਮੈਨੂੰ ਅਚੰਭਿਤ ਕਰਦਾ ਸੀ, ਜਿਹੜਾ ਮੇਰੇ ਲਈ ਨਵਾਂ ਵੀ ਸੀ। ਤੇ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਹਾਂ ਕਿ ਜਿਹੜਾ ਰਾਈਟਰ ਹੈ ਨਾ, ਲੇਖਕ ਹੈ ਨਾ, ਉਹ ਆਪਣੇ ਸਮੇਂ ਦਾ ਚਸ਼ਮਦੀਦ ਗਵਾਹ ਹੁੰਦਾ। ਹਾਂਜੀ, ਉਹ ਜੋ ਦੇਖਦਾ ਹੈ ਨਾ ਉਹ ਲਿਖਦਾ ਆ, ਕਿਉਂਕਿ ਉਹਦੇ ਹਾਂਜੀ ਉਹਨੂੰ ਤੁਹਾਡੇ ਤੇ ਅਸਰ ਪੈਂਦਾ। ਤੇ ਉਹ ਕਵਿਤਾ ਦੇ ਵਿੱਚ ਨਹੀਂ ਸੀ ਲਿਖਿਆ ਜਾ ਸਕਦਾ। ਜਦੋਂ ਮੈਂ ਉਹਨੂੰ ਕਵਿਤਾ 'ਚ ਲਿਖਦੀ ਸੀ, ਤੁਸੀਂ ਸ਼ਾਇਦ ਪੜ੍ਹਿਆ ਕਿ ਮੇਰੀ ਕਵਿਤਾ ਥੋੜੀ ਫਿਲਸਫੀਕਲ ਉਹੀ ਗੱਲ ਕਰਾਂਗੇ। ਹਾਂਜੀ, ਤੇ ਮਤਲਬ ਇਹ ਜਿਹੜਾ ਸਥੂਲ ਤੇ ਸੂਖਮ ਦੇ ਵਿੱਚ ਫਰਕ ਹੈ। ਤੇ ਉਹ ਜਿਹੜਾ ਹੁਣ ਜਿਹੜੀਆਂ ਸਥੂਲ ਗੱਲਾਂ ਨੇ ਜਿਹੜੀਆਂ ਅਸੀਂ ਦੇਖਦੇ ਆ ਹਨਾ, ਉਹਨਾਂ ਨੂੰ ਤੁਸੀਂ ਉਹਦੇ 'ਚ ਨਹੀਂ ਲਿਖ ਸਕਦੇ, ਕਵਿਤਾ 'ਚ ਨਹੀਂ। ਜੇ ਲਿਖ ਸਕਦੇ ਆ ਤਾਂ ਤੁਸੀਂ ਉਹਨੂੰ ਐਕਸਪ੍ਰੈਸ ਨਹੀਂ ਪੂਰੀ ਤਰ੍ਹਾਂ ਕਰ ਸਕਦੇ। ਫਿਰ ਮੈਂ ਉਹ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਇਹਦੇ ਵਿੱਚ ਇੱਕ ਕਹਾਣੀ ਲਿਖਣ ਦੇ ਵਿੱਚ ਇੱਕ ਹੋਰ ਵੀ ਬੜਾ ਵੱਡਾ ਹੱਥ ਹੈ। ਦੇਖੋ, ਮੈਂ ਇਹ ਸੋਚਦੀ ਹਾਂ ਕਿ ਸਾਡੇ ਪਿੱਛੇ ਜ਼ਰੂਰ ਕੋਈ ਨਾ ਕੋਈ ਐਸਾ ਬੰਦਾ ਹੁੰਦਾ ਜਿਹੜਾ ਸਾਨੂੰ ਪ੍ਰੋਤਸਾਹਿਤ ਕਰਦਾ ਹੈ। ਤੇ ਸਾਡੇ ਉੱਤੇ ਹੈਗੇ ਜੀ ਪ੍ਰੋਫੈਸਰ ਹਰਭਜਨ। ਹਾਂਜੀ, ਉਹ ਨਕੋਦਰ ਸ਼ਾਇਦ ਪੜ੍ਹਾਉਂਦੇ ਰਹੇ ਹੈਗੇ। ਉਹਨਾਂ ਨੇ ਇੱਕ ਕਿਤਾਬ ਕਰਨੀ ਸੀ, ਐਡਿਟ ਕਰਨੀ ਸੀ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਸੁਰਜੀਤ ਤੂੰ ਕਹਾਣੀ ਲਿਖ। ਮੈਂ ਕਿਹਾ ਮੈਂ ਤਾਂ ਭਾਜੀ ਕਦੇ ਲਿਖੀਆਂ ਨਹੀਂ ਕਿ ਕਹਾਣੀਆਂ। ਉਹ ਕਹਿੰਦੇ ਤੂੰ ਲਿਖ ਸਕਦੀ ਆ। ਮੈਨੂੰ ਅਕਸਰ ਇੱਦਾਂ ਲੋਕ ਤੂੰ ਕਰ ਸਕਦੀ ਆ। ਮੈਂ ਫਿਰ ਉਹ ਕਹਾਣੀ ਲਿਖੀ ਪਾਰਲੇ ਪੁਲ। ਉਹਦੇ ਵਿੱਚ ਜਿਹੜਾ ਮੈਂ ਉੱਥੇ ਦੇਖਿਆ 9/11 ਦਾ ਹੈ ਨਾ, ਜਿਹੜਾ ਸਾਡਾ ਐਪੀਸੋਡ ਹੈ, ਉਹ ਟਾਵਰ ਜਿਹੜੇ ਵਰਲਡ ਟ੍ਰੇਡ ਸੈਂਟਰ ਦੇ ਟਾਵਰ ਢਹਿੰਦੇ ਦੇਖੇ, ਅੱਗਾਂ ਲੱਗਦੀਆਂ ਦੇਖੀਆਂ, ਲੋਕੀ ਛਾਲਾਂ ਮਾਰਦੇ, ਉੱਪਰੋਂ ਸੜਦੇ ਹੈ ਨਾ, ਉਹ ਮੈਂ ਸਾਰਾ ਦੇਖਿਆ। ਔਰ ਬਾਈ ਚਾਂਸ ਇੱਕ ਦਿਨ ਮੇਰੀ ਇੱਕ ਫਰੈਂਡ ਦਾ ਮੈਨੂੰ ਕਾਲ ਆਇਆ ਕਿ ਮੈਂ ਤੇ ਮੇਰਾ ਕੁੱਤਾ, ਅਸੀਂ ਦੋਨੋਂ ਜਣੇ ਬੈਠੇ ਟੀਵੀ ਲਾ ਕੇ ਬੈਠੇ ਰਹਿੰਦੇ ਹਾਂ, ਰੋਂਦੇ ਰਹਿੰਦੇ ਹਾਂ, ਤੇ ਅਸੀਂ ਕੁਝ ਦੋਵਾਂ ਨੇ ਖਾਧਾ ਨਹੀਂ। ਇੱਥੋਂ ਕਹਾਣੀ ਸ਼ੁਰੂ ਹੋਈ ਮੇਰੀ। ਹਾਂਜੀ, ਤੇ ਮੈਂ ਨਾ ਕਿਹਾ ਵੀ ਚਲੋ ਠੀਕ ਹੈ, ਇਹ ਤਾਂ ਇਨਸਾਨ ਹੈ। ਉਹ ਪ੍ਰੋਫੈਸਰ ਸੀਗੇ ਉਹ ਵੀ ਹੈ ਨਾ, ਵੀ ਇਹ ਤਾਂ ਇਨਸਾਨ ਹੈ, ਇਹ ਤਾਂ ਸਮਝਦੇ ਆ ਵੀ ਇਹ ਕੀ ਹੋ ਰਿਹਾ। ਅਸੀਂ ਸਾਰੇ ਬੜੇ ਦੁਖੀ ਆ, ਪਰ ਇਹਨਾਂ ਦਾ ਕੁੱਤਾ ਕਿਉਂ ਰੋ ਰਿਹਾ? ਇਹ ਉਹਨੂੰ ਕਿਵੇਂ ਪਤਾ ਹੈ ਕੀ ਹੋ ਰਿਹਾ? ਉਹ ਕਹਿੰਦੇ ਜੀ ਕੁੱਤੇ ਨੇ ਵੀ ਰੋਟੀ ਨਹੀਂ ਖਾਧੀ। ਫਿਰ ਮੈਂ ਨਾ ਆਲੇ ਦੁਆਲੇ ਜੋ ਦੇਖਿਆ ਕਿ ਕੁੱਤਿਆਂ ਦੀਆਂ ਜਿਹੜੀ ਜਿੰਨੇ ਪੈਟਸ ਆ ਨਾ, ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ। ਉਹਨਾਂ ਨੂੰ ਡਿਪਰੈਸ਼ਨ ਵੀ ਹੁੰਦਾ ਆ, ਉਹ ਆਪਣੇ ਮਾਲਿਕ ਨੂੰ ਪਿਆਰ ਵੀ ਕਰਦੇ ਨੇ, ਉਹ ਆਲੇ ਦੁਆਲੇ ਜੋ ਹੁੰਦਾ ਉਹਨੂੰ ਦੇਖਦੇ ਵੀ ਨੇ। ਜਾਨਵਰ ਦੀ ਸੰਵੇਦਨਾ ਜਿਹੜੀ ਹਾਂਜੀ, ਮੈਂ ਫਿਰ ਉਹ ਸੰਵੇਦਨਾ ਨੂੰ ਮਤਲਬ ਮੈਂ ਇੱਕ ਮੈਟਾਫਰ ਲਿਆ ਕਤੂਰੇ ਦਾ। ਕਤੂਰਾ ਜਿਹੜਾ ਆ ਮਤਲਬ ਕਿ ਕਿੰਨਾ ਉਹ ਡੈਲੀਕੇਟ ਛੋਟਾ ਜਿਹਾ, ਉਹ ਤੋਂ ਬਾਰਿਸ਼ ਗੜੇ ਪੈ ਰਹੇ ਨੇ, ਮਤਲਬ ਉਹ ਇੱਕ ਸਾਰਾ ਮੈਟਾਫਰ ਹੈ ਕਿ ਇੱਕ ਆਦਮੀ ਜੋ ਕਿ ਬਹੁਤ ਵੀ ਕਮਜ਼ੋਰ ਹੈ, ਲੇਕਿਨ ਉਹਦੇ ਆਲੇ ਦੁਆਲੇ ਕੈਸਾ ਅੱਗਾਂ ਵਰ ਰਹੀਆਂ, ਕੈਸਾ ਮਾਹੌਲ ਹੈ। ਮੈਂ ਉਹਦੇ ਵਿੱਚ ਉਹ ਸਾਰਾ ਕੁਝ ਜਿਹੜਾ ਸੀ ਨਾ ਕਿ ਕਿਸ ਤਰ੍ਹਾਂ ਲੋਕ ਆਪਣੇ ਪਾਲਦੇ ਨੇ ਪਾਲਤੂ ਪਸ਼ੂਆਂ ਨੂੰ, ਪਾਲਤੂ ਜਾਨਵਰਾਂ ਨੂੰ, ਜਿਹਦੇ ਵਿੱਚ ਡੱਡੂ, ਕੱਛੂ ਕੁੰਮੇ ਤੇ ਬੱਤਕਾਂ ਤੇ ਇਹ ਸਾਰੀਆਂ ਮੈਂ ਮੇਰੇ ਲਈ ਨਵਾਂ ਸੀ ਸਾਰਾ ਕੁਝ ਹੈ ਨਾ, ਕਿ ਇਸ ਤਰ੍ਹਾਂ ਕੁੱਤੇ ਤਾਂ ਅਸੀਂ ਪਾਲਦੇ, ਬਿੱਲੀਆਂ ਦੇਖੇ ਨੇ, ਲੇਕਿਨ ਇਹ ਸਾਰਾ ਕੁਝ। ਔਰ ਉਹਨਾਂ ਬਾਰੇ ਕਿਸ ਤਰ੍ਹਾਂ ਗੱਲਾਂ ਕਰਦੇ ਨੇ, ਉਹਨਾਂ ਨੂੰ ਅਰਥਰਾਈਟਸ ਹੋ ਗਿਆ, ਉਹਨੂੰ ਦਵਾਈ ਦਿੰਦੇ ਨੇ, ਕਿੰਨਾ ਮਤਲਬ ਸੰਵੇਦਨਸ਼ੀਲ ਨੇ ਉਹ ਲੋਕ ਜਿਹੜੇ ਕਿ ਕੁੱਤਿਆਂ ਦੀ ਜਾਂ ਆਪਣੇ ਜਾਨਵਰਾਂ ਦੀ ਭਾਸ਼ਾ। ਮੈਡਮ, ਮੈਂ ਨਾ ਪ੍ਰਵਾਸ ਦੇ ਹਵਾਲੇ ਨਾਲ ਹੀ ਆਪ ਜੀ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਜੀ, ਕਿ ਜਦੋਂ ਅਸੀਂ ਪ੍ਰਵਾਸ ਨੂੰ ਸਮਝਦੇ ਸੀ ਤੇ ਜਿਹੜੀ ਪਹਿਲੀ ਪੀੜ੍ਹੀ ਜੀ 1960 ਦੇ ਲਾਗੇ ਛਾਗੇ ਗਈ ਤੇ ਭੂ-ਹੇਰਵਾ, ਨਸਲੀ ਵਿਤਕਰਾ ਜਾਂ ਸੱਭਿਆਚਾਰਕ ਤਣਾਅ ਜਾਂ ਪੀੜ੍ਹੀ ਪਾੜਾ, ਇਹਨਾਂ ਨਾਲ ਜੂਝਦੀ ਰਹੀ ਜੀ। ਸੋ ਅੱਜ ਦੇ ਵਿਸ਼ਿਆਂ ਦੀ ਜਦੋਂ ਤੁਸੀਂ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਕੈਨੇਡੀਅਨ ਪੰਜਾਬੀ ਕਵੀ ਆ ਜਾਂ ਅਮਰੀਕਾ 'ਚ ਰਹਿਣ ਵਾਲਾ ਬੰਦਾ, ਉਹ ਇੱਕ ਗਲੋਬਲ ਯੁੱਗ ਦੇ ਵਿੱਚ ਜੀ ਰਿਹਾ ਜੀ। ਔਰ ਉਹ ਜਿਹੜੀ ਸੈਂਸਿਟੀਵਿਟੀ ਤੁਸੀਂ ਗੱਲ ਕਰ ਰਹੇ ਹੋ, ਮੈਂ ਲੇਟੈਸਟ ਇੱਕ ਕਿਤਾਬ ਵੀ ਪੜ੍ਹੀ ਕਹਾਣੀਆਂ ਦੀ, ਜਿਹਦੇ ਵਿੱਚ ਮੈਨੂੰ ਜਾਪਦਾ ਕਿ ਰਿਸ਼ਤੇ ਜਿਹੜੇ ਆ ਉਹ ਬੜੇ ਫਿੱਕੇ ਹੋ ਰਹੇ ਆ। ਮਾਨਵੀ ਰਿਸ਼ਤੇ ਜਿਹੜੇ, ਖਾਸ ਕਰਕੇ ਮਨੁੱਖੀ ਰਿਸ਼ਤੇ ਆ, ਇਹ ਫਿੱਕੇ ਹੋ ਰਹੇ। ਤੇ ਬੰਦਾ ਉਹਨਾਂ ਪਸ਼ੂ ਪੰਛੀਆਂ ਨੂੰ ਪਾਲਣ ਦੀ ਤੇ ਪੁਰਾਣੀ ਪਰੰਪਰਾ, ਆਪਣੀ ਬਹੁਤ ਪੁਰਾਣੀ ਪਰੰਪਰਾ,
ਮੈਨੂੰ ਲੱਗਦਾ ਉਹਨਾਂ 'ਚ ਵੀ ਸਕੂਨ ਭਾਲ ਰਿਹਾ। ਹਾਂਜੀ। ਤੇ ਮੈਂ ਪੁੱਛਣਾ ਇਹ ਚਾਹੁੰਦਾ ਕਿ ਅੱਜ ਦੀ ਜਿਹੜੀ ਪੰਜਾਬੀ ਕਵਿਤਾ ਵਾ ਜਾਂ ਕੈਨੇਡਾ ਦੀ ਜਾਂ ਅਮਰੀਕਾ ਦੀ ਜਾਂ ਪੂਰੇ ਪ੍ਰਵਾਸ ਦੀ ਕਵਿਤਾ ਵਾ ਜੀ। ਕਿ ਉਹ ਵਿਸ਼ੇ ਜਿਹੜੇ ਸੀ ਪਰੰਪਰਕ ਵਿਸ਼ੇ ਜਿਨ੍ਹਾਂ ਨੂੰ ਆਪਾਂ ਅਸੀਂ ਕਹਿ ਦਿੰਦੇ ਹਾਂ ਜੀ। ਵੀ ਜਿੱਦਾਂ ਹੁਣ ਤੁਸੀਂ ਸਮਕਾਲ ਦੀ ਗੱਲ ਕੀਤੀ, ਹੋਰ ਕਿਹੜੇ ਨਵੇਂ ਵਿਸ਼ੇ ਆ, ਹਾਂਜੀ। ਕਿੱਦਾਂ ਦੀ ਸਮਾਜਿਕ ਬਣਤਰ ਹੋ ਗਈ ਕੈਨੇਡਾ ਦੀ ਅਮਰੀਕਾ ਦੀ। ਅਸੀਂ ਜਦੋਂ ਸਟੂਡੈਂਟ ਨੂੰ ਉੱਚ ਅਕਾਦਮਿਕ ਕਲਾਸਾਂ ਦੇ ਵਿੱਚ ਪੜ੍ਹਾਉਂਦੇ ਆ ਪ੍ਰਵਾਸੀ ਤੇ ਪੇਪਰ ਅਸੀਂ ਸਮਝਦੇ ਆ ਵੀ ਉਹ ਹੁਣ ਕਿੱਦਾਂ ਜੀ ਰਹੇ ਨੇ, ਔਰ ਅੱਜ ਦਾ ਜਿਹੜਾ ਸਾਹਿਤ ਵਾ ਜੀ ਉਹ ਕਿੱਧਰ ਨੂੰ ਜਾ ਰਿਹਾ। ਮੈਂ ਵੀ ਮੇਰੀ ਜਿਹੜੀ ਆਪਣੀ ਖੋਜ ਦਾ ਵਿਸ਼ਾ ਸੀ ਉਹ ਕੈਨੇਡਾ ਦੀ ਪੰਜਾਬੀ ਕਵਿਤਾ ਉੱਤਰ ਆਧੁਨਿਕ ਪਰਿਪੇਖ, ਉਹਦੇ ਵਿੱਚ ਵੀ ਮੈਂ ਦੇਖਿਆ ਵੀ ਕਈ ਕੋਣ ਨੇ ਕੈਨੇਡਾ ਦੀ ਪੰਜਾਬੀ ਕਵਿਤਾ ਨੂੰ ਸਮਝਣ ਦੇ। ਸੋ ਅੱਜ ਦੀ ਜਿਹੜੀ ਕੈਨੇਡੀਅਨ ਪੰਜਾਬੀ ਕਵਿਤਾ ਵਾ ਉਹ ਕਿਹੜੇ ਵਿਸ਼ਿਆਂ ਨੂੰ ਪਕੜ ਰਹੀ ਹੈ ਔਰ ਕਿੱਦਾਂ ਦੇ ਵਿਸ਼ੇ ਆ ਰਹੇ। ਅਸੀਂ ਇਹ ਸਮਝਣਾ ਚਾਹੁੰਦੇ ਆ ਕਿ ਪਰੰਪਰਿਕ ਵਿਸ਼ਿਆਂ ਤੋਂ ਹਟ ਕੇ ਹੁਣ ਭੂਹੇਰਾ ਹੋਏ ਨਹੀਂ, ਕਿਉਂਕਿ ਬੱਚੇ ਪਲ ਗਏ, ਉੱਥੇ ਘਰ ਬਣਾ ਲੈ। ਸਾਡਾ ਘਰ ਭਾਰਤ ਨਾਲੋਂ ਜ਼ਿਆਦਾ ਜਿਹੜਾ ਵਾ ਉਹ ਕੈਨੇਡਾ ਬਣ ਗਿਆ ਨਾ। ਮਿਸਾਲ ਵਜੋਂ ਤੁਸੀਂ ਡਰੋਲੀ ਦੇ ਜੰਪ ਲਓ, ਤੁਸੀਂ ਕੁੱਦੋਵਾਲ ਤੁਹਾਡੇ ਇਨ-ਲਾਜ਼ ਨੇ, ਪਰ ਤੁਸੀਂ ਕੁੱਦੋਵਾਲ ਨਾਲੋਂ ਜੇ ਟੋਰਾਂਟੋ 'ਚ ਰਹਿ ਰਹੇ ਆ ਤਾਂ ਤੁਹਾਨੂੰ ਟੋਰਾਂਟੋ ਇਸ ਵੇਲੇ ਜ਼ਿਆਦਾ ਪਿਆ, ਮਤਲਬ ਤੁਸੀਂ ਉਸ ਵੇਲੇ ਉੱਥੇ ਦੇ ਹੋ ਚੁੱਕੇ। ਮੈਂ ਸਮਝਣਾ ਇਹ ਚਾਹੁੰਦਾ ਕਿ ਉੱਥੇ ਦੀ ਜਿਹੜੀ ਜ਼ਿੰਦਗੀ ਆ ਉਹ ਹੁਣ ਕਿੱਦਾਂ ਦੇ ਜਿਹੜਾ ਕਵੀ ਜਾਂ ਰਾਈਟਰ ਜਿਹੜਾ ਉੱਥੇ ਦਾ ਸਾਹਿਤਕਾਰ ਉਹ ਕਿੱਦਾਂ ਦੀ ਪਕੜ 'ਚ ਲਿਆ ਰਿਹਾ, ਕਿੱਦਾਂ ਦੇ ਵਿਸ਼ੇ ਨੇ, ਉਹਨਾਂ ਬਾਰੇ ਸਾਨੂੰ ਜ਼ਰੂਰ ਡਿਟੇਲ 'ਚ ਗੱਲ ਕਰੋ ਸਾਡੇ ਉਹਨਾਂ ਨਾਲ। ਦੇ ਸਾਹਿਤ ਦਾ ਸਰੋਕਾਰ ਹਾਂ, ਅੱਜ ਕੀ ਇਸ ਵੇਲੇ ਕੀ ਹੈ? ਹਾਂਜੀ। ਜਿਹੜੀ ਤਾਂ ਕਵਿਤਾ ਹੈ ਨਾ, ਕਵਿਤਾ ਦੇ ਵਿੱਚ ਤਾਂ ਮੈਂ ਦੇਖਿਆ ਕਿ ਜਿਹੜੀ ਅੰਦਰਲੀ ਟੁੱਟ ਭੱਜ ਹੈ ਨਾ, ਉਹਨਾਂ ਵਿਸ਼ਿਆਂ ਤੇ ਹੀ ਸਾਰੇ ਤੁਸੀਂ ਵੀ ਦੇਖਿਆ ਹੋਣਾ, ਪੜ੍ਹੀ ਹੋਣੀ ਆ ਕਵਿਤਾ ਜਿਹੜੀ, ਜਾਂ ਰਿਸ਼ਤਿਆਂ ਤੇ ਮਹਿਦੂਦ ਹੈ ਨਾ। ਜਿਹੜਾ ਪਹਿਲਾ 60s ਦੇ ਵਿੱਚ ਜਿਹੜਾ ਪ੍ਰਵਾਸ ਹੋਇਆ ਨਾ, ਉਹ ਇਹ ਸੋਚ ਕੇ ਹੋਇਆ ਕਿ ਅਸੀਂ ਜਾਣਾ ਹੈ, ਪੈਸੇ ਕਮਾ ਕੇ ਵਾਪਸ ਆ ਜਾਣਾ। ਹੁਣ ਜਿਹੜਾ ਪ੍ਰਵਾਸ ਹੋ ਰਿਹਾ ਨਾ, ਉਹ ਇਹ ਹੋ ਰਿਹਾ ਕਿ ਅਸੀਂ ਇੱਥੋਂ ਪੈਸਾ ਲੈ ਕੇ ਉੱਥੇ ਜਾ ਕੇ ਸੈਟਲ ਹੋਣਾ, ਕਿਉਂਕਿ ਸਿਸਟਮ ਉੱਥੇ ਚੰਗਾ ਹੈਗਾ ਹੈ ਨਾ। ਤੇ ਲੇਕਿਨ ਹੋਇਆ ਕੀ ਹੈ ਕਿ ਜਿਹੜੇ ਆਪਣੇ ਲੋਕ ਉੱਥੇ ਗਏ ਨੇ ਨਾ, ਉਹ ਇੱਥੋਂ ਨਾਲ ਹੀ ਆਪਣਾ ਬੈਗੇਜ ਚੁੱਕ ਕੇ ਲੈ ਗਏ ਨੇ। ਉਹਨਾਂ ਨੇ ਉਹੀ ਜਿਹੜੀ ਉਹ ਪੈਤਰਿਕ ਸੱਤਾ ਆ ਜਾਂ ਜੋ ਵੀ ਇੱਥੋਂ ਦੀ ਜਿਹੜੀ ਉਹਨਾਂ ਦੀਆਂ ਜਿਹੜੀ ਸੋਚ ਹੈ, ਜ਼ਗੀਰਦਾਰੀ ਸੋਚ ਉਹ ਨਹੀਂ ਬਦਲੀ। ਬਹੁਤ ਘੱਟ ਐਸੀ ਨਵੀਂ ਕਵਿਤਾ ਹੈਗੀ ਆ ਪੰਜਾਬੀ ਦੇ ਵਿੱਚ ਜਿਹਦੇ ਵਿੱਚ ਮਤਲਬ ਐਸੀ ਕਵਿਤਾ ਹੈਗੀ ਜਿਹਨੂੰ ਅਸੀਂ ਕਹਿ ਸਕਦੇ ਨਵੀਂ ਆ, ਜਿਹਦੇ ਵਿੱਚ ਕੁਝ ਨਵਾਂ ਸਿਰਜਿਆ ਜਾ ਰਿਹਾ। ਮਤਲਬ ਕੁਝ ਇੱਕ ਜਾਨੀ ਸੁਖਪਾਲ ਹੈਗੇ ਆ, ਹਾਂਜੀ, ਉਹ ਡਿਫਰੈਂਟ ਤਰ੍ਹਾਂ ਦੀ ਕਵਿਤਾ ਲਿਖਦੇ ਨੇ, ਪਰ ਹੈ ਉਹਦੇ ਵਿੱਚ ਵੀ ਰਿਸ਼ਤੇ ਹੀ ਹੈ। ਰਿਸ਼ਤਿਆਂ ਦੀ ਜਿਹੜੀ ਗੱਲ ਹੈ ਨਾ, ਕਿਉਂਕਿ ਇਸ ਵੇਲੇ ਰਿਸ਼ਤੇ ਜਿਹੜੇ ਨੇ ਉਹ ਬਹੁਤ ਟੁੱਟ ਰਹੇ ਨੇ ਰਿਸ਼ਤੇ ਨੇ। ਉਹਦਾ ਕਾਰਨ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਹੈ ਇੱਕ, ਦੂਜੀ ਉੱਥੋਂ ਦੀ ਭੱਜ ਦੌੜ ਜਿਹੜੀ ਹੈਗੀ ਆ ਮਸ਼ੀਨੀਕਰਨ ਹੈ, ਤੇ ਤੀਜੀ ਹੈ ਕਿ ਅਸੀਂ ਜਿਹੜੇ ਸਾਡੇ ਬੱਚੇ ਨੇ ਨਾ, ਸਾਡੀ ਪੀੜ੍ਹੀ ਦੇ ਜਿਹੜੇ ਬੱਚੇ ਨੇ ਨਾ, ਉਹ ਦੂਰ ਚਲੇ ਗਏ ਨੇ। ਕਿਉਂਕਿ ਉਹਨਾਂ ਦਾ ਕਲਚਰ ਉਹ ਹੈ, ਉਹਨਾਂ ਦਾ ਕਲਚਰ ਉਹ ਹੈ, ਭਾਸ਼ਾ ਉਹਨਾਂ ਦੀ ਉਹ ਹੈ, ਕਲਚਰ ਉਹਨਾਂ ਦਾ ਉਹ ਹੈ। ਤੇ ਮੈਂ ਗੱਲ ਕਰਦੀ ਹੁੰਦੀ ਹਾਂ ਵੀ ਜਿਸਲੇ ਅਸੀਂ ਭਾਸ਼ਾ ਗਵਾ ਲਈ ਹੈ ਨਾ ਆਪਣੀ, ਅਸੀਂ ਆਪਣਾ ਕਲਚਰ ਵੀ ਗਵਾ ਲੈਣਾ, ਅਸੀਂ ਆਪਣਾ ਸੱਭਿਆਚਾਰ ਵੀ, ਸਾਡਾ ਇਤਿਹਾਸ ਵੀ, ਸਾਰਾ ਕੁਝ ਗਵਾ ਲੈਣਾ ਹੈਗਾ। ਮਤਲਬ ਕਿ ਜੋ ਮੇਰਾ ਐਕਸਪੀਰੀਅੰਸ ਹੈ ਜਿੱਥੇ ਤੱਕ ਨਾ, ਮੈਨੂੰ ਕੋਈ ਇੰਨੀ ਜ਼ਿਆਦਾ ਵਧੀਆ ਕਵਿਤਾ ਨਹੀਂ ਦਿਸੀ ਕਿ ਬਹੁਤ ਵਧੀਆ ਕਵਿਤਾ ਜਿਹਨੂੰ ਆਸ਼ਾਸ਼ ਬੰਦਾ ਕਰ ਉੱਠਦਾ, ਉਹ ਜੀ ਕਵਿਤਾ ਬਹੁਤ ਲਿਖੀ ਜਾ ਰਹੀ। ਮੇਰਾ ਖਿਆਲ ਮੈਂ ਸੁਣਿਆ ਵੀ 100 ਦੇ ਕਰੀਬ ਤਾਂ ਟੋਰਾਂਟੋ 'ਚ ਹੀ ਰਹਿ ਰਹੇ, ਟੋਰਾਂਟੋ ਨਹੀਂ ਕਿਤਾਬਾਂ ਛਪ ਰਹੀਆਂ ਤੇ ਉਹ ਹੈ ਰਵਾਇਤੀ, ਔਰ ਜ਼ਿਆਦਾ ਝੁਕਾਅ ਜਿਹੜਾ ਹੁਣ ਇਸ ਵੇਲੇ ਹੋਇਆ ਨਾ, ਉਹ ਹੋਇਆ ਗਜ਼ਲ ਵੱਲ। ਗਜ਼ਲ ਬਹੁਤ ਲਿਖੀ ਜਾ ਰਹੀ ਹੈਗੀ ਆ, ਤੇ ਉਹ ਗਜ਼ਲ ਤੇ ਤੁਹਾਨੂੰ ਪਤਾ ਰੈਪੀਟੇਸ਼ਨ ਬਹੁਤ ਹੁੰਦੀ ਹੈ। ਗਜ਼ਲ ਉਰਦੂ ਦੀ ਗਜ਼ਲ ਜਾਂ ਉਹਨੂੰ ਮਤਲਬ ਉਹਦੇ ਵਿੱਚ ਨਵਾਂਪਨ ਆ ਜਾਂਦੇ ਨੇ ਵਿਸ਼ੇ, ਲੇਕਿਨ ਨਵਾਂਪਨ ਘੱਟ ਹੈਗਾ। ਤੇ ਮੈਨੂੰ ਤਾਂ ਇਹੀ ਲੱਗਿਆ ਹੈਗਾ। ਬਾਕੀ ਜਿਹੜੀਆਂ ਕਹਾਣੀਆਂ ਨੇ, ਕਹਾਣੀਆਂ ਦੇ ਵਿੱਚ ਉੱਥੋਂ ਦਾ ਜੀਵਨ ਆ ਰਿਹਾ, ਪਰ ਕਈ ਤਾਂ ਮੈਂ ਕਹਾਣੀਆਂ ਹੁਣੀ ਅਸੀਂ ਇੱਕ ਕਿਤਾਬ ਐਡਿਟ ਕੀਤੀ ਹੈਗੀ ਆ, ਧਰਤ ਭਰਾਈ ਆਪਣੇ ਲੋਕ, ਉਹ ਵੀ ਮੈਂ ਕੀਤਾ ਦੇ ਬਾਰੇ ਸੁਣਿਆ ਕੰਮ। ਹਾਂਜੀ, ਅੱਛਾ ਜੀ। ਉਹ ਉਹਨਾਂ 'ਚ ਜਿਹੜੀ ਕੈਨੇਡਾ ਦੀ ਕਹਾਣੀ ਸੀ, ਉਹ ਮੈਂ ਹੀ ਸਾਰੀ ਐਡਿਟ ਮਤਲਬ ਕੀਤੀ ਹੈਗੀ, ਮੈਂ ਇਕੱਠੀ ਕਰਕੇ ਦਿੱਤੀ ਹੈ। ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਹੁਣ ਮਿੰਨੀ ਗਰੇਵਾਲ ਦੀ ਕਹਾਣੀ ਹੈ, ਨਵਾਂ ਵਿਸ਼ਾ ਆ ਗਿਆ ਕਿ ਮਾਂ ਬਾਪ ਨੇ ਘਰ ਬਣਾਇਆ,
ਮੁੰਡਾ ਵੱਡਾ ਹੋ ਗਿਆ, ਵਿਆਹਿਆ ਗਿਆ, ਬੱਚੇ ਹੋ ਗਏ। ਉਹਨੇ ਕਿਹਾ ਵੀ ਇਹ ਘਰ ਪੁਰਾਣਾ ਹੋ ਗਿਆ, ਇਹ ਘਰ ਵੇਚ ਦਿੰਦੇ ਆ। ਉਹਨੇ ਬੱਚਿਆਂ ਨੇ ਘਰ ਵੇਚ ਦਿੱਤਾ, ਨਵਾਂ ਘਰ ਲੈ ਲਿਆ। ਹੁਣ ਜਿਹੜਾ ਨਵਾਂ ਘਰ ਲਿਆ ਵੇਚ ਕੇ ਤੇ ਆਹ ਕਰ ਲਿਆ, ਇਹ ਕਹਾਣੀ ਦੀ ਗੱਲ ਕਰ ਰਹੀ ਆ, ਲੇਕਿਨ ਘਰ ਉਹਦਾ ਹੋ ਗਿਆ, ਮੁੰਡੇ ਦਾ ਹੋ ਗਿਆ। ਤੇ ਮਤਲਬ ਉਹ ਜਦੋਂ ਮੇਰੇ ਹਾਲੇ ਵੀ ਗੂਸ ਬੰਪ ਹੋ ਰਹੇ, ਉਹ ਮੁੰਡੇ ਦਾ ਜਦੋਂ ਘਰ ਹੋ ਗਿਆ ਤੇ ਜਦੋਂ ਉਹ ਜਾਂਦੇ, ਮਾਂ ਕਹਿੰਦੀ ਵੀ ਮੈਨੂੰ ਵੀ ਦਿਖਾਲ ਦਿਓ ਘਰ, ਮਤਲਬ ਮਦਰ ਜਿਹੜੀ ਉਹ ਹੋ ਗਈ, ਵਿਧਵਾ ਹੋ ਗਈ ਹੋਈ ਹੈ, ਤੇ ਉਹ ਬੱਚੇ ਜਿਹੜੇ ਨੇ ਬੜੇ ਪਿਆਰ ਨਾਲ ਘਰ ਦਿਖਾਲਦੇ ਨੇ, ਇਹ ਨਾਨੀ ਦਾ ਕਮਰਾ, ਇਹ ਮੇਰਾ ਤੇ ਮੇਰੇ ਬ੍ਰਦਰ ਦਾ, ਇਹ ਪਾਪਾ ਮੰਮਾ ਦਾ, ਹਨਾ। ਤੇ ਉਹ ਕਹਿੰਦੀ ਮੇਰਾ ਕਮਰਾ, ਉਹ ਕਹਿੰਦੇ ਤੈਨੂੰ ਹੁਣ ਤੂੰ ਬਜ਼ੁਰਗ ਹੋ ਗਈ ਹੈ, ਹੁਣ ਤੈਨੂੰ ਸੀਨੀਅਰ ਹੋਮ 'ਚ ਜਾਣਾ ਪੈਣਾ ਹੈਗਾ, ਹਨਾ। ਤੇ ਇਹੋ ਜਿਹੇ ਜਿਹੜੇ ਵਿਸ਼ੇ ਨੇ ਨਾ, ਇਹ ਨਵੇਂ ਵਿਸ਼ੇ ਮਤਲਬ ਉਹਦੇ ਵਿੱਚ ਕਹਾਣੀਆਂ ਦੇ ਵਿੱਚ ਆ ਰਹੇ ਹੈਗੇ ਨੇ। ਜਿਵੇਂ ਮੇਰੀਆਂ ਕਹਾਣੀਆਂ ਦੇ ਵਿੱਚ ਵੀ ਜਿੱਦਾਂ ਉੱਥੇ ਫਰਾਡ ਹੁੰਦੇ ਨੇ ਉਹਦੇ ਇਮੀਗ੍ਰੇਸ਼ਨ ਦੇ, ਫਿਰ ਆਪਣੇ ਜਿਹੜੇ ਲੋਕ ਨੇ, ਔਰ ਫਿਰ ਕੀ ਕਹਿੰਦੇ ਇੰਸ਼ੋਰੈਂਸ ਦਾ ਫਰਾਡ ਬਹੁਤ ਹੁੰਦਾ ਹੈਗਾ ਕਿ ਜੇ ਅਸੀਂ ਇੰਸ਼ੋਰੈਂਸ ਦਿੰਦੇ ਆ, ਭਰਦੇ ਆ, ਤੇ ਸਾਨੂੰ ਸਾਡਾ ਹੱਕ ਹੈ, ਸਾਡਾ ਲੈਣ ਦਾ ਬਣਦਾ। ਮਤਲਬ ਕਿ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਇਹ ਨਵੀਆਂ ਗੱਲਾਂ ਨੇ ਜਿਹੜੀਆਂ ਕਿ ਕੀ ਕਹਿੰਦੇ ਹੁੰਦੇ, ਇੰਟਰਨੈਸ਼ਨਲ ਸੱਭਿਆਚਾਰਕ ਤੇ ਜਿਹੜੇ ਇੰਟਰਨੈਸ਼ਨਲ ਵਿਸ਼ੇ ਆਏ ਨੇ, ਜਿਵੇਂ ਗੁਰਮੀਤ ਪਨਾਗ ਦੀਆਂ ਕਹਾਣੀਆਂ ਨੇ, ਮੁਰਗਾਬੀਆਂ, ਉਹਨੇ ਉੱਥੋਂ ਦੇ ਜਿਹੜੇ, ਹਾਂਜੀ, ਉਹਨਾਂ ਬਾਰੇ, ਉਹਨਾਂ ਨੂੰ ਮੁਰਗਾਬੀਆਂ ਦਾ ਸਿੰਬਲ ਦੇ ਕੇ ਉਹ ਕਹਾਣੀਆਂ ਲਿਖੀਆਂ ਨੇ। ਉਹਨੇ ਔਰਤ ਦੀ ਜਿਹੜੀ ਆਜ਼ਾਦੀ ਦਾ ਜਿਹੜਾ ਨੈਕਸਟ ਪੜਾਅ ਹੈਗਾ, ਉਹਦੀਆਂ ਕਹਾਣੀਆਂ ਆਈਆਂ ਨੇ ਕਿ ਮਾਈ ਲਾਈਫ ਮਾਈ ਵੇ। ਤੁਸੀਂ ਇੱਥੋਂ ਹੀ ਸਮਝ ਸਕਦੇ ਆ ਕਿ ਜੇ ਮੇਰੀ ਲਾਈਫ ਮੇਰੀ ਹੈ ਤੇ ਮੈਂ ਆਪਣਾ ਰਸਤਾ ਆਪ ਲੱਭਣਾ ਹੈਗਾ। ਸੋ ਇਸ ਤਰ੍ਹਾਂ ਦੀ, ਜਿੱਦਾਂ ਮੈਂ ਵੀ ਇੱਕ ਕਹਾਣੀ ਲਿਖੀ ਸੀ ਸੁਰਖ ਸਵੇਰ, ਉਹਦੇ ਵਿੱਚ ਮੈਂ ਉਹਨੂੰ, ਔਰਤ ਨੂੰ ਐਮਪਾਵਰ ਕੀਤਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਂਜੀ ਬੁਢਾਪੇ 'ਚ ਬੰਦਾ ਔਖਾ ਹੁੰਦਾ, ਬੱਚਿਆਂ ਤੋਂ ਬੱਚੇ ਨਹੀਂ ਪੁੱਛਦੇ ਹੈਗੇ, ਲੇਕਿਨ ਅਸੀਂ ਸਾਰੀ ਜ਼ਿੰਦਗੀ ਦਾ ਜਿਹੜਾ ਸਾਡਾ ਤਜਰਬਾ ਆ, ਉਹ ਕੀ ਕਹਿੰਦਾ ਆ, ਉਹ ਤੁਹਾਨੂੰ ਉਹਨੇ ਕੁਝ ਨਹੀਂ ਸਿਖਾਇਆ ਕਿ ਅਸੀਂ ਬੁਢਾਪੇ ਨੂੰ ਆਪਣੇ ਨੂੰ ਕਿਵੇਂ ਪਲਾਨ ਕਰਨਾ ਹੈਗਾ। ਮੈਂ ਉਹਦੇ 'ਚ ਉਹਨੂੰ ਐਮਪਾਵਰ ਕੀਤਾ ਔਰਤ ਨੂੰ ਕਿ ਜੇ ਤੈਨੂੰ ਪਾਰਕਿੰਸਨ ਹੋ ਗਈ, ਸਾਨੂੰ ਸਾਰਿਆਂ ਨੂੰ ਪਤਾ ਅਸੀਂ ਬੁੱਢੇ ਹੋਣਾ ਹੈ, ਬੁੱਢੇ ਹੋ ਕੇ ਸਾਨੂੰ ਕੁਝ ਨਾ ਕੁਝ ਹੋਣਾ। ਜਿਹੜੀ ਇਹ ਕਹਾਣੀ ਹੈ, ਇਹਦਾ ਨਾਮ ਪਹਿਲਾਂ ਤੁਸੀਂ ਮੇਰੇ ਖਿਆਲ ਮੈਂ ਪੜ੍ਹਿਆ ਸੀ ਕਹਾਣੀਦਾਰਾਂ ਵਿੱਚ, ਹਾਂ ਪਹਿਲਾਂ ਇਹਦਾ ਨਾਮ ਜਿਹੜਾ ਰੱਖਿਆ ਸੀ ਪੈਨਕਿੰਸਨ, ਕੁਝ ਇਸ ਤਰ੍ਹਾਂ, ਪਾਰਕਿੰਸਨ ਡਿਜ਼ੀਜ਼ ਜਿਹੜੀ ਹੁੰਦੀ ਨਾ। ਨਹੀਂ, ਮੈਂ ਉਹਦਾ ਬਾਅਦ ਚ ਸੁਰਖ ਸਵੇਰ, ਉਹ ਮੈਂ ਐਂਡ ਫਿਰ ਇਦਾਂ ਕਰਨਾ ਸੀ ਨਾ ਵੀ ਉਹਨੂੰ ਇਦਾਂ ਲੱਗਿਆ ਵੀ ਉਹ ਇੱਕ ਨਵੀਂ ਸੁਰਖ ਸਵੇਰ ਜਿਹੜੀ ਸਕੂਲ ਪੜ੍ਹਾਉਣ ਬਾਰੇ ਸੋਚਦੀ ਹੈ, ਮੈਨੂੰ ਯਾਦ ਆ ਗਿਆ ਉਹਦੀ ਸਵੇਰ ਜਿਹੜੀ ਹੈ ਨਾ, ਉਹਦੀ ਲਾਈਫ ਦੀ ਦੁਬਾਰਾ ਤੋਂ ਸ਼ੁਰੂ ਹੋ ਗਈ, ਆਪਣਾ ਰਸਤਾ ਉਹਨੇ ਆਪ ਚੁਣ ਲਿਆ। ਮੈਡਮ, ਜਿਵੇਂ ਹੁਣ ਤੁਸੀਂ ਇੰਨੀ ਕਿਤਾਬਾਂ ਦੀ ਗੱਲ ਕੀਤੀ ਕਿ ਕਾਫੀ ਕਿਤਾਬਾਂ ਉੱਥੇ ਲਿਖੀਆਂ ਜਾ ਰਹੀਆਂ ਨੇ, ਕਿ ਉੱਥੇ ਪਾਠਕ ਵਰਗ ਵੀ ਹੈ ਇਹਨਾਂ ਨੂੰ ਪੜ੍ਹਨ ਵਾਲਾ? ਕਿਉਂਕਿ ਦੇਖੋ ਅਸੀਂ ਤੇ ਸਾਹਿਤ ਤੋਂ ਸੇਧ ਲੈ ਕੇ ਸਾਨੂੰ ਪਤਾ ਕਿ ਜੋ ਵੀ ਸਾਹਿਤ ਦੇ ਵਿੱਚ ਲਿਖਿਆ ਜਾ ਰਿਹਾ, ਭਾਵੇਂ ਕਵਿਤਾ ਹੈ ਜਾਂ ਕਹਾਣੀ ਹੈ, ਉਹ ਸਮੱਸਿਆਵਾਂ ਹੀ ਨੇ ਸਾਡੇ ਆਲੇ ਦੁਆਲੇ। ਕਿ ਉੱਥੇ ਵੀ ਬੱਚੇ ਜਿਹੜੇ ਨੇ ਇਹ ਸਭ ਪੜ੍ਹ ਕੇ ਉਹਨਾਂ ਨੂੰ ਕੋਈ ਸੇਧ ਮਿਲ ਰਹੀ ਹੈ ਕਿ ਹਾਂ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਥੋੜ੍ਹਾ ਚੇਂਜ ਕਰ ਸਕਦੇ ਹਾਂ, ਜਾਂ ਜਿਵੇਂ ਅਸੀਂ ਲੋਕ ਆਪਣੇ ਬਜ਼ੁਰਗਾਂ ਦੇ ਨਾਲ ਕਿਵੇਂ ਜੁੜੇ ਹੋਏ ਸਾਂ, ਤੇ ਉਹ ਬੱਚੇ ਵੀ ਸੋਚਦੇ ਨੇ ਕਿ ਅਸੀਂ ਵੀ ਆਪਣੇ ਬਜ਼ੁਰਗਾਂ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੀਏ। ਦੇਖੋ ਜੀ, ਬਿਲਕੁਲ ਵੀ ਨਹੀਂ ਇਸ ਤਰ੍ਹਾਂ ਦੀ ਬੱਚਿਆਂ ਦੇ ਵਿੱਚ ਕੋਈ ਭਾਵਨਾ ਨਹੀਂ। ਮਤਲਬ ਮੈਂ ਵੈਰੀ ਓਨੈਸਟਲੀ ਤੁਹਾਨੂੰ ਗੱਲ ਦੱਸਦੀ ਕਿ ਬੱਚਿਆਂ ਨੂੰ ਬਿਲਕੁਲ ਇੰਟਰਸਟ ਨਹੀਂ ਹੈ ਅਸੀਂ ਕੀ ਲਿਖਦੇ ਹਾਂ। ਮੇਰੇ ਬੇਟੇ ਨੂੰ ਵੀ ਨਹੀਂ ਪਤਾ ਕਿ ਮੈਂ ਕੀ ਲਿਖਦੀ ਹੈਗੀ ਹਾਂ, ਕਿਉਂਕਿ ਨਾ ਤਾਂ ਉਹਨਾਂ ਨੂੰ ਕੋਈ ਇੰਟਰਸਟ ਹੈ, ਤੇ ਅਸੀਂ ਸਾਤੋਂ ਉਹਨਾਂ ਦੀ ਸੋਚ ਵੱਖਰੀ ਵੀ ਹੈ ਤੇ ਅੱਗੇ ਵੀ ਹੈਗੀ ਹੈ। ਸਾਡੀ ਸੋਚ ਦੇ ਨਾਲ ਉਹਨਾਂ ਸੋਚ ਖਾਂਦੇ ਨਹੀਂ, ਮੇਲ ਨਹੀਂ ਖਾਂਦਾ ਹੈਗਾ। ਸਾਡੀਆਂ ਗੱਲਾਂ ਉਹਨਾਂ ਨੂੰ ਸ਼ਾਇਦ ਇਹ ਬਹੁਤੀਆਂ ਟੁੰਬਦੀਆਂ ਵੀ ਨਹੀਂ ਹੈਗੀਆਂ। ਉਹਦੇ 'ਚ ਨਿੱਜ ਦਾ ਕੋਈ ਜ਼ਿਆਦਾ ਰੋਲ ਨਹੀਂ ਆ ਰਿਹਾ, ਨਿੱਜ ਕਿ ਉਹ ਜਿਹੜਾ ਕਲਚਰ ਵਾ, ਉਪਭੋਗੀ ਕਲਚਰ ਵਾ, ਅਸੀਂ ਉਹ 'ਚ ਨਿੱਜ ਨੂੰ ਅੱਗੇ ਲੈ ਰਹੇ ਹਾਂ। ਅਸੀਂ ਪਰਿਵਾਰਕ ਜ਼ਿੰਦਗੀ ਜਿਹੜੀ ਆਪਣੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਸੀ, ਸਾਂਝੇ ਪਰਿਵਾਰ ਸੀ, ਉੱਥੇ ਇਹ ਵੀ ਇੱਕ ਹੈ ਨਾ ਬੱਚਿਆਂ ਦੇ ਵਿੱਚੋਂ ਮੈਨੂੰ ਲੱਗਦਾ ਵੀ ਥੋੜਾ ਆਪਣੇ ਤੋਂ ਪਰੇ ਹਟਣ ਦਾ ਕਿ ਨਿੱਜ ਅੱਗੇ ਆ ਗਿਆ। ਹਾਂ, ਨਿੱਜ ਅੱਗੇ ਆ ਗਿਆ। ਹਾਂਜੀ, ਉਹਨਾਂ ਨੂੰ ਮਤਲਬ ਇਹ ਇੰਟਰਸਟ, ਮੇਰਾ ਸਭ ਤੋਂ ਮੁੱਖ ਦੀ ਗੱਲ ਹੈ ਕਿ ਉਹਨਾਂ ਦੀ ਇੰਟਰਸਟ ਦੀਆਂ ਗੱਲਾਂ ਹੀ ਹੈਗੀਆਂ। ਹਾਂ, ਇਹ ਇਸ ਕਰਕੇ ਉਹ ਨਹੀਂ ਪੜ੍ਹਦੇ। ਲੇਕਿਨ ਮੈਨੂੰ ਹਾਲੇ ਵੀ ਇਹ ਆਸ ਹੈਗੀ ਹੈ ਕਿ ਪੰਜਾਬੀ ਨੂੰ ਪਾਠਕ ਮਿਲੇਗਾ, ਕਿਉਂਕਿ ਇੱਕ ਤਾਂ ਸਾਡੀ ਜਿਹੜੀ ਇਹ ਫੇਸਬੁੱਕ ਹੈਗੀ ਹੈ, ਸਾਡਾ ਸੋਸ਼ਲ ਮੀਡੀਆ, ਸਾਡੇ ਗੀਤ ਹੈਗੇ ਨੇ, ਇਹ ਬੱਚੇ ਸਾਡੇ ਸਾਰੇ ਜਾਣਦੇ ਨੇ। ਸਾਰੇ ਗੀਤ ਜਦੋਂ ਭੰਗੜਾ ਪਾਉਂਦੇ ਨੇ, ਬਹੁਤ ਸਾਰੇ ਗੀਤ ਉਹਨਾਂ ਨੂੰ ਆਉਂਦੇ ਨੇ। ਜਦੋਂ ਤੁਸੀਂ ਗੀਤ
ਬੋਲਦੇ ਆ ਸੁਣਦੇ ਆ ਤਾਂ ਉਹਨੂੰ ਕੋਈ ਸ਼ਬਦ ਜਿਹੜਾ ਯਾਦ ਰਹਿ ਜਾਂਦਾ। ਹੁਣ ਮੇਰੇ ਬੇਟੇ ਨੂੰ ਬਿਲਕੁਲ ਗੂੜੀ ਪੰਜਾਬੀ ਆਉਂਦੀ ਹੈਗੀ ਹੈ, ਉਹ ਕਿੱਥੋਂ ਕਿ ਇਹ ਸੋਚ ਕੇ। ਤੇ ਤੀਜੀ ਗੱਲ ਜਿਹੜਾ ਨਵੀਂ ਜਾ ਰਹੀ ਨਾ ਜਨਰੇਸ਼ਨ, ਸਾਡੇ ਸਟੂਡੈਂਟਸ ਜਾ ਰਹੇ ਨਾ, ਇਹਨਾਂ ਨੇ ਸਾਂਭਣਾ, ਇਹ ਕਲਚਰ ਲੈ ਕੇ ਜਾ ਰਹੇ। ਹਾਂਜੀ, ਕਲਚਰ ਲੈ ਕੇ ਜਾ ਰਹੇ। ਮੈਂ ਹੁਣੇ ਆਉਣ ਤੋਂ ਪਹਿਲਾਂ ਇੱਕ ਉੱਥੇ ਕਵੀ ਦਰਬਾਰ ਹੋਇਆ, ਮੈਨੂੰ ਮੈਂ ਸੱਦਿਆ ਤੇ ਮੈਂ ਉੱਥੇ ਗਈ ਤੇ ਮੈਂ ਸੋਚਿਆ ਕਿ ਮੇਰੇ ਵਰਗੇ ਮੇਰੀ ਉਮਰ ਦੇ ਸਾਰੇ ਕਵੀ ਹੋਣੇ ਨੇ। ਜਦੋਂ ਉੱਥੇ ਮੈਂ ਗਈ ਤੇ ਉੱਥੇ ਸਿਰਫ ਇੱਕ ਮਤਲਬ 3 ਜਣੇ ਅਸੀਂ ਵੱਡੀ ਉਮਰ ਦੇ ਸੀਗੇ ਤੇ ਬਾਕੀ ਸਾਰੇ ਬੱਚੇ, 15 ਬੱਚੇ, ਔਰ ਇੰਨੀ ਅੱਛੀ ਕਵਿਤਾ ਉਹਨਾਂ ਦੀ, ਉਹ ਸਾਰੇ ਸਟੂਡੈਂਟ ਆਏ ਹੋਏ ਸੀਗੇ। ਇੰਨੀ ਅੱਛੀ ਉਹਨਾਂ ਨੇ ਕਵਿਤਾਵਾਂ ਬੋਲੀਆਂ, ਹਾਲਾਤ ਚੋਂ ਨਿਕਲੀ ਨਾ ਉਹਨਾਂ ਦੇ ਕਵਿਤਾ ਜੋ ਉਹਨਾਂ ਨੇ ਉੱਤੇ ਬੋਲਿਆ। ਇਹਦਾ ਮਤਲਬ ਇਹ ਹੈ ਅਸੀਂ ਇੱਥੋਂ ਇਹ ਅੰਦਾਜ਼ਾ ਲਾ ਲਈਏ ਵੀ ਜੇ ਸਾਡੀ ਪੀੜ੍ਹੀ ਜਾ ਰਹੀ ਆ, ਸਾਨੂੰ ਵੈਸੇ ਨਿਰਾਸ਼ਾ ਤਾਂ ਕਈ ਵਾਰੀ ਹੁੰਦੀ ਵੀ ਬੇਰੁਜ਼ਗਾਰੀ ਦੀ ਹਾਲਤ ਵਿੱਚ ਬੱਚੇ ਜਾ ਰਹੇ ਆ, ਰੁਜ਼ਗਾਰ ਉੱਥੇ ਚੰਗਾ ਮਿਲ ਰਿਹਾ ਵਾ, ਉੱਥੇ ਰਹਿਣ ਸਹਿਣ ਚੰਗਾ ਵਾ, ਪਰ ਸਾਨੂੰ ਇਹ ਜਾਪ ਰਿਹਾ ਵੀ ਜਿੱਦਾਂ ਅਸੀਂ ਕਹਿੰਦੇ ਵੀ ਟੁੱਟ ਰਹੇ ਆ, ਇਹ ਹੋ ਸਕਦਾ ਬੱਚੇ ਉੱਥੇ ਜਾ ਕੇ ਕੋਈ ਪੰਜਾਬੀ ਦੀ ਲਾਟ ਬਾਲ ਦੇਣ। ਹਾਂਜੀ, ਵੀ ਇਹ ਪੰਜਾਬ ਨੂੰ ਰੋਸ਼ਨ ਕਰ ਦੇਣ। ਲੋ ਫੈਲਾਉਣ ਵਾਲੇ ਜਿਵੇਂ ਮੈਡਮ ਵਰਗੇ ਜਿੱਤੇ ਅਸੀਂ ਜਿਹੜੀ ਲੋ ਦੀ ਗੱਲ ਕੀਤੀ ਨਾ ਅਸਲ 'ਚ, ਨਾ ਇਸੇ ਲਈ ਤੁਹਾਨੂੰ ਸਿਰਲੇਖ ਜਿਹੜਾ ਦਿੱਤਾ ਹੈ ਉਹ ਪਰਾਈ ਧਰਤੀ ਤੇ ਪੰਜਾਬੀਅਤ ਦੀ ਲੋ ਫੈਲਾਉਣ ਵਾਲੀ ਸੁਰਜੀਤ ਇਹ ਅਸੀਂ ਕਰੀਦੀ ਹੈ ਕੋਸ਼ਿਸ਼ ਪੰਜਾਬੀ ਪੜ੍ਹਾਈ ਦੀ ਹੈ। ਜ਼ੂਮ ਦੇ ਉੱਤੇ ਸਾਡੇ ਕੋਲ ਸਾਰੇ ਕੈਨੇਡਾ ਦੇ ਬੱਚੇ ਹੈਗੇ ਆ ਤੇ ਜਿਹੜੀ ਤੁਸੀਂ ਨਵੇਂ ਵਿਸ਼ਿਆਂ ਦੀ ਗੱਲ ਕਰ, ਜਦੋਂ ਤੁਸੀਂ ਤੇਰੀ ਰੰਗਸ਼ਾਲਾ ਪੜ੍ਹੋਗੇ ਨਾ, ਇਹਦੇ ਵਿੱਚ ਇਹੀ ਆ ਸਾਰੇ ਵਿਸ਼ੇ ਜਿਹੜੇ ਨੇ ਨਾ, ਮੈਂ ਇਹਦੇ ਵਿੱਚ ਇਸ ਕਿਤਾਬ ਦੇ ਵਿੱਚ ਲਏ ਨੇ। ਤਕਰੀਬਨ ਜਦੋਂ ਨਵੀਆਂ ਕੁੜੀਆਂ ਜਿਹੜੀਆਂ ਵਿਆਹ ਕਰਕੇ ਚੂੜੇ ਪਾ ਕੇ ਜੀਨਾਂ ਪਾ ਕੇ ਜਾਂਦੀਆਂ ਨੇ, ਸਟੂਡੈਂਟਸ ਦੀ ਕੀ ਹਾਲਾਤ ਹੈ, ਫਿਰ ਜਿਹੜੇ ਕੈਨੇਡਾ ਦੇ ਵਿੱਚ ਸਕੂਲ ਦੇ ਵਿੱਚ ਜਿਹੜੀਆਂ ਹੱਡੀਆਂ ਨਿਕਲੀਆਂ ਨਾ ਬੱਚਿਆਂ ਦੀਆਂ ਨਾ, ਉਹ ਸਾਰੀਆਂ ਕਵਿਤਾਵਾਂ ਇਹਦੇ ਵਿੱਚ। ਔਰ ਮੈਨੂੰ ਜਾਪਦਾ ਵੀ ਜਦੋਂ ਨਾ ਬੰਦੇ ਦੀ ਜ਼ਿੰਦਗੀ ਦਾ ਇੱਕ ਪੜਾਅ ਹੁੰਦਾ ਜੀ, ਹਾਂਜੀ, ਥੋੜੀ ਜਦੋਂ ਚੰਚਲਤਾ ਤੋਂ ਸਹਿਜ ਵੱਲ ਨੂੰ ਮੁੜਦਾ ਜੀ, ਤੇ ਜਿਵੇਂ ਤੁਸੀਂ ਗੱਲ ਕੀਤੀ ਆ, ਮੈਨੂੰ ਲੱਗਦਾ ਵੀ ਤੇਰੀ ਰੰਗਸ਼ਾਲਾ ਤੱਕ ਪਹੁੰਚਦੇ ਆ ਤੁਹਾਡੀ ਕਵਿਤਾ ਵਾਕਿਆ ਹੀ ਤੁਸੀਂ ਕਿਹਾ ਵੀ ਮੇਰੀ ਦਾਰਸ਼ਨਿਕਤਾ ਵਾਲੀ ਕਵਿਤਾ ਵਾ, ਹਾਂਜੀ, ਇਹ ਫਿਲਾਸਫੀ ਵਾਲੇ ਪਾਸੇ ਮੁੜਦੀ ਆ। ਔਰ ਮੈਨੂੰ ਲੱਗਦਾ ਵੀ ਇਹ ਤੇਰੀ ਰੰਗਸ਼ਾਲਾ ਵਾਲੇ ਪਾਸੇ ਬੰਦਾ ਫਿਰ ਇਹ ਜ਼ਿੰਦਗੀ ਨੂੰ ਇੱਕ ਨਾਟਕ ਦੇਖ ਕੇ ਤੇ ਉਹਦੇ ਕਈ ਰੰਗ ਜਿਹੜੇ ਵਿਵਿਧ ਰੰਗ ਜਿਹੜੇ ਉਹਨੇ ਦੇਖੇ ਹੁੰਦੇ ਆ, ਉਹਦਾ ਤਜਰਬਾ ਜਿਹੜਾ ਵਾ ਉਹ ਤੇਰੀ ਰੰਗਸ਼ਾਲਾ ਦੇ ਵਿੱਚ ਆ ਰਿਹਾ। ਔਰ ਮੈਂ ਚਾਹੁੰਦਾ ਵੀ ਇੱਕ ਰੰਗ ਜਿਹੜਾ ਵਾ ਉਹ ਸੰਖੇਪ ਦੇ ਵਿੱਚ, ਸਾਡੇ ਕੋਲ ਟਾਈਮ ਹੁਣ ਥੋੜਾ ਵਾ, ਤੇ ਉਹਦੇ ਚੋਂ ਤੇਰੀ ਰੰਗਸ਼ਾਲਾ ਦੇ ਵਿੱਚੋਂ ਇੱਕ ਰੰਗ ਸਾਨੂੰ ਜ਼ਰੂਰ ਜਿਹੜਾ ਉਹ ਆਪਣੇ ਦਰਸ਼ਕਾਂ ਔਰ ਸਰੋਤਿਆਂ ਦੇ ਨਾਲ ਸਾਂਝਾ ਕਰੋ, ਤਾਂ ਕਿ ਸਾਨੂੰ ਅੱਜ ਦੀ ਪ੍ਰਵਾਸੀ ਜ਼ਿੰਦਗੀ ਦਾ ਜਿਹੜਾ ਵਿੱਚ ਰਹਿੰਦੇ ਹੋਇਆ, ਹਾਂਜੀ, ਸਾਡਾ ਮਨ ਹੈ ਕਿ ਇੱਕ ਰਚਨਾ ਜ਼ਰੂਰ ਤੁਸੀਂ ਆਪਣੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਬਿਲਕੁਲ ਜੀ, ਮੈਂ ਤੁਹਾਨੂੰ ਕਵਿਤਾ ਸੁਣਾਉਂਗੀ ਲਾਈਟ ਜਿਹੀ, ਮੇਰੇ ਨਾਲ ਚਾਹ ਪੀਓਗੇ? ਸੁਣੋ, ਮੇਰੇ ਨਾਲ ਚਾਹ ਪੀਓਗੇ? अर्ल ग्रे, लिप्टन, जासमीन, कैमोमाइल ਜਾਂ ਦਾਰਜੀਲਿੰਗ, ਅਸਾਮ ਦੇ ਪਹਾੜਾਂ ਦੀਆਂ ਤਲਹਟੀਆਂ 'ਚ ਉੱਗੇ ਮਸਤ ਹਵਾ 'ਚ ਰਕਸ ਕਰਦੇ ਮਹਿਕਦੇ ਬੂਟਿਆਂ ਦੀ ਗ੍ਰੀਨ ਟੀ ਕੀ ਪੀਓਗੇ? ਲਿਸ਼ਕ ਦੇ ਕੱਚ ਦੇ ਗਿਲਾਸ 'ਚ ਤੇ ਲੰਗੋਤਰੇ ਜਿਹੇ ਫੁੱਲਾਂ ਵਾਲੇ ਮੱਗ 'ਚ ਜਾਂ ਬੋਨ ਚਾਈਨਾ ਦੇ ਪਿੱਧੇ ਜਿਹੇ ਪਿਆਲੇ 'ਚ ਮੇਰੇ ਨਾਲ ਕਿਸੇ ਮੁੰਡੇਟ ਤੇ ਬੈਠ ਕੇ ਕਬੂਤਰ ਵਾਂਗ ਰੱਖਾਂ ਮੀਟ ਨਿੱਕੇ ਨਿੱਕੇ ਘੁੱਟ ਭਰੋਗੇ? ਪੱਖੀ ਦੀ ਝਾਲਰ ਨਾਲ ਸੈਨਤਾ ਮਾਰਦੀ ਚੀਨੀ ਕੁੜੀ ਵਾਲੀ ਰੇਸ਼ਮੀ ਟਿਕੋਜ਼ੀ ਹੇਠਾਂ ਪਾਫਾਂ ਛੱਡਦੀ ਜਾਪਾਨੀ ਕੇਤਲੀ ਚੋਂ ਗਰਮ ਪਿਆਲਾ ਚਾਹ ਦਾ ਜੇ ਭਰੋਗੇ, ਦੁੱਧ, ਸ਼ੱਕਰ, ਨਿੰਬੂ ਜਾਂ ਸ਼ਹਿਦ ਕੀ ਪਾਓਗੇ ਜੇ ਮੇਰੇ ਨਾਲ ਇੱਕ ਕੱਪ ਚਾਹ ਪੀਣਾ ਹੋਵੇ? ਵਾਦਾ ਰਿਹਾ ਸਰਦੀ ਦੇ ਮੌਸਮ 'ਚ ਜਿੰਜਰ ਮਸਾਲਾ, ਰੋਜ਼ਮੇਰੀ, ਸੌਂਫ, ਅਜਵਾਇਨ, ਦਾਲਚੀਨੀ ਅਰੋਮਾ ਭਰਿਆ ਚਾਹ ਦਾ ਇੱਕ ਗਰਮ ਪਿਆਲਾ ਲੈ ਮੇਰੇ ਨਾਲ ਕਿਸੇ ਬੋਧੀ ਭਿਕਸ਼ੂ ਵਾਂਗ ਬੈਠ ਚੁੱਪਚਾਪ ਹਰ ਘੁੱਟ 'ਚ ਲੀਨ ਹੋ ਵਕਤ ਨੂੰ ਭੁੱਲ ਜਾਓਗੇ ਜੇ ਮੇਰੇ ਨਾਲ ਚਾਹ ਪੀਣਾ ਹੋਵੇ? ਬਹੁਤ ਅੱਛੀ, ਬਹੁਤ ਵਧੀਆ ਮੈਮ, ਬਹੁਤ ਵਧੀਆ। ਹਾਂਜੀ, ਬਹੁਤ ਵਧੀਆ ਲੱਗਾ ਮੈਮ ਤੁਹਾਡੇ ਨਾਲ ਗੱਲ ਕਰਕੇ। ਸੋ ਮੈਡਮ ਇੱਕ ਆਲੋਚਕ ਵੀ ਨੇ, ਮੈਡਮ ਕਹਾਣੀਕਾਰ ਵੀ ਨੇ, ਤੇ ਮੈਡਮ ਇੱਕ ਮਕਬੂਲ ਸ਼ਾਇਰਾ ਵੀ ਨੇ। ਇਸ ਲਈ ਮੈਂ ਮੈਡਮ ਨੂੰ ਕਹਾਂਗੀ ਕਿ ਇਹ ਬਹੁਪੱਖੀ ਸਾਹਿਤਕਾਰ ਨੇ ਜਿਹੜੇ ਕਿ ਪਰਾਈ ਧਰਤੀ ਦੇ ਉੱਤੇ ਪੰਜਾਬੀਅਤ ਦੀ ਲੋਹ ਫੈਲਾਉਣ ਵਾਲਾ ਕੰਮ ਕਰ ਰਹੇ ਹਨ। ਮੈਨੂੰ ਉਮੀਦ ਹੈ ਕਿ ਪ੍ਰਦੇਸਾਂ ਦੇ ਵਿੱਚ ਜਿਹੜੀ ਅਗਲੀ ਸਾਡੀ ਚੌਥੀ ਪੀੜ੍ਹੀ ਉੱਤੇ ਵਸਦੀ ਹੈ, ਜ਼ਰੂਰ ਮੈਡਮ ਉਹਨਾਂ ਦੇ ਅੰਦਰ ਪੰਜਾਬੀਅਤ ਦੀ, ਪੰਜਾਬ ਨਾਲ ਪਿਆਰ ਦੀ ਜਾਂ ਪੰਜਾਬੀ ਭਾਸ਼ਾ ਨਾਲ ਪ੍ਰੇਮ ਦੀ ਇੱਕ ਚਿਣਕ ਪੈਦਾ ਕਰਨਗੇ। ਇਸੇ ਆਸ ਦੇ ਨਾਲ ਮੈਂ ਮੈਡਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਮੈਡਮ ਆਪਣੇ ਮਸਰੂਫੀਅਤ ਭਰੇ ਸਮੇਂ ਦੇ ਵਿੱਚੋਂ ਤੁਸੀਂ ਸਾਡੇ ਲਈ
ਪਲ ਜਿਹੜੇ ਨੇ ਨਹੀਂ, ਸਾਂਝੇ ਕੀਤੇ ਹਨ ਇਸ it's my ਪ੍ਰੋਗਰਾਮ pleasure। ਮੇਰਾ- ਪੂਰੀ ਟੀਮ ਵੱਲੋਂ ਆਪ ਦਾ ਬਹੁਤ ਧੰਨਵਾਦ। ਆਪਣੀ ਇਹ ਹਮੇਸ਼ਾ ਇੱਛਾ ਰਹੇਗੀ ਹਾਂ। ਕਿ ਤੁਸੀਂ ਜਦੋਂ ਵੀ ਭਾਰਤ ਪਰਤੋ ਠੀਕ ਹੈ। ਤੇ ਸਾਡੇ ਸਟੂਡੀਓ ਦੇ ਵਿੱਚ ਆਣ ਕੇ ਆਪਣੇ ਪ੍ਰਵਾਸ ਨਾਲ ਸੰਬੰਧਿਤ ਔਰ ਦੇਸ਼ ਨਾਲ ਸੰਬੰਧਿਤ ਤਜਰਬੇ ਜ਼ਰੂਰ ਸਾਂਝੇ ਕਰੋ। ਬਹੁਤ ਬਹੁਤ ਸ਼ੁਕਰੀਆ।